लो जी दोस्तों, अज पॉइंट न्यूज़ की टीम इस हल्के दे इस इलाके दे बहुत ही वधिया इंसान सरदार SMS संधू साहब संधू फार्म वालिਆਂ ਦੇ फार्म ਤੇ ਪਹੁੰਚੇ ਆ। ਅਸੀਂ ਅੱਜ ਇਹਨਾਂ ਨਾਲ पॉइंट न्यूज़ ਤੋਂ कुछ ਗੱਲਾਂ ਸਾਂਝੀਆਂ ਕਰਾਂਗੇ क्योंकि इलैक्शन ਦਾ माहौल है, सारे जानते हैं। संधू साहब ਉਹ शख्सीयत ने ਜਿਹੜੇ पंजाब सरकार ਵੱਲੋਂ पंजाब इन्फोटैक ਦੇ चेयरमैन लगाए गए सी। संधू साहब ਨੂੰ इस इलाके ਦੇ लोग बहुत ਵਧੀਆ तरीके ਨਾਲ ਜਾਣਦੇ ਨੇ। ਇਹਨਾਂ ਨੇ ਆਪਣਾ ਅਸਤੀਫਾ ਉਦੋਂ पंजाब सरकार ਨੂੰ सौंपिਆ ਜਦੋਂ महाराजा अमरिंदर सिंह जी ਵੱਲੋਂ अपनी नवीं पार्टी बनाई। संधू साहब भी इस हल्के तो या डेराबस्सी हल्के तो टिकट के चाहवान सन। सो अज संधू साहब नाल आपां इन्हां बारे गल्लां सांझियां कर रहे। संधू साहब जी आए आखदे आ पॉइंट न्यूज़ वालों तुहानूं। सत श्री अकाल जी, धन्नवाद तुहाडा। संधू साहब एक गल दसो, जदों तुसी पंजाब लोक कांग्रेस महाराजा अमरिंदर सिंह जी की पार्टी ज्वाइन की सी, तुसी भी टिकट के इच्छुक सी हल्का डेराबस्सी तो हल्का राजपुरा तो, की कारण होया तुसी पिछे हट गए? नहीं करमजीत, मैं पिछे नहीं हटिया। देखो तुसी जानते हो भी मैं बंदा अनुशासन च रहन वाला जी। सिंसैरिटी नाल मेरे काम करन दी आदत है, ट्रांसपेरेंसी भी नाल है। नौकरी विच आपां इहो जिहियां गल्लां बहुत सिੱਖਦੇ ਹਾਂ। ਜਦੋਂ ਇਹ ਟਿਕਟਾਂ ਦਾ ਮਸਲਾ ਸ਼ੁਰੂ ਹੋਇਆ ਸੀ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਮੈਨੂੰ ਬੁਲਾਇਆ ਸੀ ਜੀ, ਕਿਉਂਕਿ ਮੇਰਾ ਮਨ ਸੀਗਾ ਰਾਜਪੁਰੇ ਤੋਂ, ਕਿਉਂਕਿ ਸੰਧੂ ਫਾਰਮ ਬਨੂੜ ਜਿਹੜਾ ਰਾਜਪੁਰੇ ਦਾ ਹਿੱਸਾ ਹੈ। ਤਾਂ ਉਹ ਮੈਨੂੰ ਜਦੋਂ ਮੈਂ ਉਹਨਾਂ ਨੂੰ ਬੁਲਾਇਆ ਤਾਂ ਮੈਂ ਉਹਨਾਂ ਕੋਲ ਗਿਆ ਤੇ ਉਹਨਾਂ ਨੇ ਬੈਠੇ ਅਸੀਂ ਗੱਲਾਂ ਬਾਤਾਂ ਕੀਤੀਆਂ ਤੇ ਮੈਨੂੰ ਕਹਿਣ ਲੱਗੇ ਵੀ ਸੰਧੂ ਸਾਹਿਬ ਮੈਂ ਤੁਹਾਡੇ ਵਾਸਤੇ ਇੱਕ ਫੈਸਲਾ ਕਰਦਾ। ਮੈਂ ਕਿਹਾ ਦੱਸੋ ਸਰ। ਉਹ ਕਹਿਣ ਲੱਗੇ ਵੀ ਮੈਂ ਸਾਰਾ ਹਿਸਾਬ ਕਿਤਾਬ ਲਗਾ ਕੇ ਤੁਹਾਡੇ ਵਾਸਤੇ ਡੇਰਾਬੱਸੀ ਹਲਕਾ ਮੈਂ ਫਾਈਨਲ ਕੀਤਾ ਜੀ ਜੀ। ਕਿਹੜੇ ਚਿੰਨ ਤੋਂ ਆਪਾਂ ਇਲੈਕਸ਼ਨ ਲੜਾਂਗੇ ਇਹ ਬਾਅਦ ਦੀਆਂ ਗੱਲਾਂ ਨੇ। ਤੇ ਤੁਸੀਂ ਕੰਮ ਵੀ ਕੀਤਾ ਹੋਇਆ, ਕੰਮ ਤਾਂ ਕਹਿੰਦੇ ਵੀ ਤੁਸੀਂ ਰਾਜਪੁਰੇ ਵੀ ਕੀਤਾ ਹੈ, ਉੱਥੇ ਵੀ ਤੁਹਾਡੀ ਪਹਿਚਾਣ ਹੈ, ਪਰ ਇੱਥੇ ਵੀ ਰੀਸੈਂਟਲੀ ਤੁਸੀਂ ਪਿਛਲੇ 5-6 ਸਾਲ ਤੋਂ ਵਿਚਰ ਰਹੇ ਤੇ ਤੁਸੀਂ ਆਪਣਾ ਡੇਰਾਬੱਸੀ ਵਿੱਚ ਜਾ ਕੇ ਆਪਣਾ ਕੰਮ ਸ਼ੁਰੂ ਕਰੋ। ਠੀਕ ਹੈ। ਮੈਂ ਆਪਣਾ ਕੰਮ ਸ਼ੁਰੂ ਕਰ ਦਿੱਤਾ। ਇੱਕੋ ਹੀ ਨਾਂ ਡੇਰਾਬੱਸੀ ਵਾਸਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਮੇਰਾ ਨਾਂ ਪ੍ਰਪੋਜ਼ ਕੀਤਾ ਗਿਆ BJP ਨੂੰ ਅਪਰੂਵਲ ਵਾਸਤੇ। ਜਿਸ ਦਿਨ ਆਪਣਾ ਫਾਈਨਲ ਲਿਸਟ ਆਉਣੀ ਸੀ, ਸ਼ਾਮ ਦੇ 5 ਵਜੇ ਮੈਨੂੰ ਫੋਨ ਆ ਗਿਆ ਵੀ ਤੁਸੀਂ ਤੁਹਾਡਾ ਅਪਰੂਵ ਹੋ ਗਿਆ ਤੇ ਤੁਸੀਂ ਹੁਣ ਆਪਣੀ, ਮੈਂ ਵੈਸੇ ਦਫ਼ਤਰ ਪਹਿਲਾਂ ਵੀ ਖੋਲ੍ਹ ਦਿੱਤੇ ਸਨ ਉੱਥੇ ਡੇਰਾਬੱਸੀ ਔਰ ਜ਼ੀਰਕਪੁਰ ਦੇ ਵਿੱਚ। ਮੈਂ ਆਪਣੇ ਜਿਹੜੇ ਅਪਾਰਟਮੈਂਟਸ ਨੇ, ਜਿਹੜੇ ਸੰਸਥਾਵਾਂ ਨੇ, ਉਹਨਾਂ ਕੋਲ ਮੈਂ 15-20 ਥਾਵਾਂ 'ਤੇ ਜਾ ਕੇ ਵੀ ਆਇਆ, ਜਿਹੜੀਆਂ ਸੁਸਾਇਟੀਜ਼ ਨੇ ਅਪਾਰਟਮੈਂਟ। ਠੀਕ ਹੈ ਜੀ, ਠੀਕ। ਕਿਉਂਕਿ ਤਿਆਰੀ ਵਾਸਤੇ। ਲੇਕਿਨ ਕੋਈ BJP ਦੇ ਵਿੱਚ ਕੋਈ 11th ਆਵਰ 'ਤੇ ਉਹ ਫੈਸਲਾ ਲਿਆ ਗਿਆ ਔਰ ਉਹਨਾਂ ਨੇ ਮਜਬੂਰ ਕੀਤਾ ਵੀ ਨਹੀਂ, ਅਸੀਂ ਆਪਣਾ ਬੰਦਾ ਖਿਲਾਰਨਾ ਹੈ। ਉਹਨਾਂ ਨੇ ਸੰਜੀਵ ਖੰਨੇ ਨੂੰ ਉੱਥੋਂ ਫਿਰ ਫੈਸਲਾ ਕਰ ਇਸ ਤਰ੍ਹਾਂ ਹੋਇਆ ਜੀ। ਸੰਧੂ ਸਾਹਿਬ ਇੱਕ ਗੱਲ ਦੱਸੋ, ਜਿਵੇਂ ਮਹਾਰਾਜਾ ਅਮਰਿੰਦਰ ਸਿੰਘ ਨੇ ਹੋਰ ਜਿਹੜੇ ਕੈਂਡੀਡੇਟਾਂ ਨੂੰ BJP ਦੇ ਵਿੱਚ ਜੁਆਇਨ ਕਰਿਆ, ਕਿਉਂਕਿ ਅਲਾਇੰਸ ਹੈ ਇਹਨਾਂ ਦਾ, ਰਾਜਾ ਸਾਹਿਬ ਦਾ, ਸੰਯੁਕਤ ਅਕਾਲੀ ਦਲ ਦਾ, ਢੀਂਡਸਾ ਸਾਹਿਬ ਦਾ, ਐਵੇਂ ਤੁਸੀਂ ਵੀ BJP ਦੇ ਵਿੱਚ ਜੁਆਇਨ ਕਰਾ ਕੇ ਤੁਹਾਨੂੰ ਵੀ ਟਿਕਟ ਦਿੱਤੀ ਜਾ ਸਕਦੀ, ਕੀ ਕਾਰਨ ਹੋਇਆ ਟਿਕਟ ਤੁਹਾਨੂੰ ਕਿਉਂ ਨਹੀਂ ਦਿੱਤੀ ਗਈ? ਨਹੀਂ, ਕਾਰਨ ਕੋਈ ਐਡਾ ਵੱਡਾ ਸੀਰੀਅਸ ਕਾਰਨ ਨਹੀਂ ਹੈ। ਦੇਖੋ, ਜਿੱਥੋਂ ਤੱਕ ਮੇਰਾ ਸੰਬੰਧ ਰਾਜਨੀਤੀ ਦੇ ਨਾਲ ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਹੈ, ਮੈਨੂੰ ਮੈਂ ਇਹ ਮਹਿਸੂਸ ਕੀਤਾ ਔਰ ਕਰਦਾ ਔਰ ਮੈਨੂੰ ਪਤਾ ਇਸ ਗੱਲ ਦਾ ਵੀ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਨੇ ਜਿਹੜੀ ਗੱਲ ਤੇ ਖਲੋ ਜਾਣ ਉਹਦੇ ਤੇ ਉਹ ਇਸ ਕਿੰਤੂ ਪਰੰਤੂ ਨਹੀਂ ਕਰਦੇ। ਬਿਲਕੁਲ ਠੀਕ ਹੈ। ਲੇਕਿਨ ਕਿਉਂਕਿ BJP ਜਿਹੜੀ ਹੈ ਇਹ ਨੈਸ਼ਨਲ ਪੱਧਰ ਦੀ ਪਾਰਟੀ ਹੈ ਜੀ, ਇਹਦੇ ਵਿੱਚ RSS ਦਾ ਵੀ ਰੋਲ ਹੈ। ਠੀਕ ਹੈ। ਉਹਨਾਂ ਦਾ ਬੜਾ ਖਲਜਗਣ ਲੰਬਾ ਚੌੜਾ ਹੈ। ਠੀਕ ਹੈ। ਉਹ ਪੁਰਾਣੀ ਪਾਰਟੀ ਹੋਣ ਕਰਕੇ ਕੋਈ ਪੁਰਾਣਾ ਬੰਦਾ ਵਿੱਚ ਆਣ ਫਸਦਾ ਹੈ, ਉਹ ਜਿਹੜਾ ਬੁਲਡੋਜ਼ ਕਰਨ ਦੀ ਕੋਸ਼ਿਸ਼ ਕਰਦਾ। ਇਸ ਕਰਕੇ ਇਹ ਨਹੀਂ ਹੈ ਸੰਜੀਵ ਖੰਨਾ ਉਹਨਾਂ ਨੇ ਚੁਣਿਆ, ਕਿਉਂ ਚੁਣਿਆ ਜਾਂ ਮੈਨੂੰ ਪਿੱਛੇ ਰੱਖਿਆ, ਇਹ ਕੋਈ ਕਾਰਨ ਨਹੀਂ ਹੈ, ਇਹ ਸੰਭਾਵਨਾ ਬਣੀ ਹੈ ਇਸ ਕਿਸਮ ਦੀ।
ਹੋਰ ਕੋਈ ਗੱਲ ਨਹੀਂ। ਡੇਰਾਬੱਸੀ ਤੋਂ ਇਲਾਵਾ ਤੁਸੀਂ ਰਾਜਪੁਰੇ ਤੋਂ ਵੀ ਟਿਕਟ ਲੈ ਸਕਦੇ ਸੀਗੇ ਬੀਜੇਪੀ ਜੁਆਇਨ ਕਰਕੇ। ਰਾਜਾ ਸਾਹਿਬ ਤੁਹਾਨੂੰ ਬੀਜੇਪੀ ਜੁਆਇਨ ਕਰਵਾ ਸਕਦੇ, ਜਿਵੇਂ ਹੋਰ ਰਾਜਾ ਸਾਹਿਬ ਦੇ ਨਜ਼ਦੀਕੀਆਂ ਨੇ ਬੀਜੇਪੀ ਜੁਆਇਨ ਕੀਤੀ, ਹੋਰ ਥਾਵਾਂ ਤੋਂ ਟਿਕਟਾਂ ਮਿਲੀਆਂ, ਰਾਜਪੁਰੇ ਤੋਂ ਵੀ ਟਿਕਟ ਲੈ ਸਕਦੇ ਸੀਗੇ। ਕੀ ਕਾਰਨ ਹੋਇਆ ਇਹਦੇ ਬਾਰੇ? ਬਿਲਕੁਲ ਲੈ ਸਕਦੇ ਸਾਂ ਜੀ। ਮੈਂ ਤੁਹਾਨੂੰ ਦੱਸਿਆ ਨਾ ਵੀ ਮੈਂ ਤਾਂ ਰਾਜਪੁਰੇ ਤੋਂ ਕਿਹਾ ਸੀਗਾ, ਉਹ ਕਹਿਣ ਲੱਗੇ ਵੀ ਨਹੀਂ ਮੇਰਾ ਫੈਸਲਾ ਹੈ। ਉਹਨਾਂ ਨੇ ਫੈਸਲਾ ਇਸ ਕਰਕੇ ਲਿਆ ਸੀ ਵੀ 2,80,000 ਵੋਟ ਡੇਰਾਬੱਸੀ 'ਚ ਹੈ, ਠੀਕ ਹੈ ਜੀ, ਜਿਹਦੇ ਵਿੱਚੋਂ ਕਮ ਸੇ ਕਮ ਸ਼ਾਇਦ 1,60,70,000 ਜਿਹੜੀ ਵੋਟ ਹੈ ਉਹ ਹਿੰਦੂ ਸਮੁਦਾਇ ਦੀ ਹੈ। ਜੇ ਬੰਦਾ ਉੱਥੇ ਜਾਣ ਪਛਾਣ ਵਾਲਾ ਹੋਵੇ, ਜਿਸ ਤਰ੍ਹਾਂ ਮੈਂ ਉੱਥੇ ਕੰਮ ਕੀਤਾ ਸੀ, ਪਿੰਡਾਂ ਪੁੰਡਾਂ ਦੇ ਲੋਕ ਮੈਨੂੰ ਜਿੱਦਾਂ ਇੱਥੇ ਰਾਜਪੁਰੇ ਜਾਣਦੇ ਨੇ, ਉੱਥੇ ਵੀ ਮੈਨੂੰ ਇਸੇ ਤਰ੍ਹਾਂ ਹੀ ਜਾਣਦੇ ਨੇ, ਪਹਿਚਾਣ ਹੈ ਮੇਰੀ ਬਣ ਚੁੱਕੀ ਸੀ ਉੱਥੇ ਵੀ। ਠੀਕ ਹੈ ਜੀ। ਉਹਨਾਂ ਦਾ ਖਿਆਲ ਸੀਗਾ ਵੀ ਇਹ ਬੀਜੇਪੀ ਦੀ ਵੋਟ ਜਿਹੜੀ ਆ ਉਹ ਪਲੱਸ ਤੁਹਾਡੀ ਆਪਣੀ ਜਿਹੜੀ ਆ ਇਹ ਤੁਹਾਨੂੰ ਸੀਟ ਈਜ਼ੀ ਹੋ ਜਾਂਦੀ ਹੈ। ਠੀਕ ਹੈ ਜੀ। ਜਦੋਂ ਇਹਨਾਂ ਨੇ ਫੈਸਲਾ ਕੀਤਾ ਤੇ ਉਹਨਾਂ ਨੇ ਮੈਨੂੰ ਉਦੋਂ ਹੀ ਕਹਿ ਦਿੱਤਾ ਸੀਗਾ ਵੀ ਰਾਜਪੁਰੇ ਵਾਸਤੇ ਮੈਂ ਜੱਗੇ ਨੂੰ ਫੈਸਲਾ ਕਰ ਲਿਆ। ਠੀਕ ਹੈ। ਜਦੋਂ ਉਹਨਾਂ ਨੇ ਫੈਸਲਾ ਕਰ ਲਿਆ ਤੇ ਮੈਨੂੰ ਉੱਥੇ ਭੇਜਤਾ, ਮੈਨੂੰ ਟਿਕਟ ਨਹੀਂ ਮਿਲੀ, ਅਲੱਗਾ ਇਸ਼ੂ ਹੈ। ਪਰ ਜਦੋਂ ਉਹਨਾਂ ਪਹਿਲਾਂ ਰਾਜਪੁਰੇ ਦਾ ਫੈਸਲਾ ਕਰ ਲਿਆ ਸੀ, ਫਿਰ ਮੈਂ ਚੰਗਾ ਨਹੀਂ ਸੀ ਲੱਗਦਾ ਦੁਬਾਰਾ ਇਸ ਗੱਲ ਨੂੰ ਸ਼ੁਰੂ ਕਰਦਾ ਵੀ ਨਹੀਂ ਜੀ ਹੁਣ ਤੁਸੀਂ ਫੈਸਲਾ ਕਰੋ, ਕਿਉਂਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਹਟਿਆ, ਰਾਜਨੀਤੀ ਦੇ ਵਿੱਚ ਮੇਰੀ ਸਮਝ ਦੇ ਮੁਤਾਬਕ MLA ਬਣਨਾ ਜਾਂ ਨਾ ਬਣਨਾ, ਇਹਦੇ ਨਾਲ ਰਾਜਨੀਤੀ ਖਤਮ ਨਹੀਂ ਹੋ ਜਾਂਦੀ। ਠੀਕ ਹੈ। ਖਾਸ ਤੌਰ ਤੇ ਜਿਹਦੇ ਨਾਲ ਅਲਾਇੰਸ ਕੀਤਾ ਮਹਾਰਾਜ ਨੇ, ਇਹ ਨੈਸ਼ਨਲ ਪੱਧਰ ਦੀ ਪਾਰਟੀ, ਸੈਂਟਰ ਦੀ ਸਰਕਾਰ ਉਹਨਾਂ ਦੇ ਕਬਜ਼ੇ ਵਿੱਚ ਆ। ਅਥਾਹ ਪੋਜੀਸ਼ਨਾਂ ਨੇ ਇੱਧਰ ਉੱਧਰ, ਮਚ ਸੁਪੀਰੀਅਰ ਦੈਨ ਆਪਣਾ MLA। ਮਿਲਦੀ ਨਹੀਂ ਮਿਲਦੀ ਮੈਨੂੰ ਇਸ ਗੱਲ ਦਾ ਨਹੀਂ ਪਤਾ। ਮੇਰਾ ਕਹਿਣ ਦਾ ਭਾਵ ਹੈ ਵੀ ਇਹ ਗੱਲ ਕੋਈ ਮਨ ਨੂੰ ਲਾਉਣ ਵਾਲੀ ਨਹੀਂ ਹੁੰਦੀ ਬਈ MLA ਟਿਕਟ ਨਹੀਂ ਮਿਲੀ ਤੇ ਹੁਣ ਮੈਂ ਭੁੱਖ ਹੜਤਾਲ ਕਰ ਦਿਆਂ, ਧਰਨਾ ਲਾ ਦਿਆਂ, ਨਾਅਰੇ ਲਾਵਾਂ। ਮੇਰਾ ਸੋਚ ਇਹ ਨਹੀਂ ਕਹਿੰਦੀ। ਨਹੀਂ, ਕਿਉਂਕਿ ਕਿਤੇ ਨਾ ਕਿਤੇ ਮਨ 'ਚ ਠਸਕ ਤਾਂ ਰਹਿੰਦੀ ਹੈ ਵੀ ਮੈਨੂੰ ਟਿਕਟ ਨਹੀਂ ਮਿਲੀ, ਮੈਂ ਚਾਹਵਾਨ ਸੀਗਾ, ਮੈਂ ਹਲਕੇ ਦੇ ਕੰਮ ਕਰਦਾ ਸੀਗਾ, ਮੈਂ ਰਾਜਪੁਰੇ ਦੇ ਹਲਕੇ ਦੇ ਡੇਰਾਬੱਸੀ ਦੇ ਲੋਕਾਂ ਦੇ ਵਿੱਚ ਵਿਚਰਦਾ ਸੀਗਾ। ਇਹ ਤਾਂ ਥੋੜ੍ਹਾ ਜਿਹਾ ਅੰਦਰ ਦਾ ਰੰਜ ਤਾਂ ਹੁੰਦਾ ਹੀ ਆ। ਨਹੀਂ, ਰੰਜ ਨਹੀਂ ਹੋਇਆ ਮੈਨੂੰ। ਮੈਂ ਇਸ ਤਰ੍ਹਾਂ ਮਹਿਸੂਸ ਕਰਦਾ ਵੀ ਇਹ ਜਿਹੜਾ ਫੈਸਲਾ ਲਿਆ ਗਿਆ ਇਹ ਵੀ ਪਰਮਾਤਮਾ ਦੀ ਦੇਣ ਕਹੂੰਗਾ ਮੈਂ ਇਹਨੂੰ। ਇਹਦੇ ਵਿੱਚ ਵੀ ਕੋਈ ਭਲਾਈ ਹੋ ਸਕਦੀ ਹੈ। ਠੀਕ ਹੈ ਨਾ ਜੀ, ਕਿਉਂਕਿ ਤੁਸੀਂ ਸਾਰੀ ਜ਼ਿੰਦਗੀ ਤੁਸੀਂ ਇਸੇ ਚੱਕਰ 'ਚ ਨਹੀਂ ਰਹਿੰਦੇ ਵੀ ਮੈਨੂੰ ਜੇ ਇਹ ਨਹੀਂ ਮਿਲਿਆ ਤੇ ਮੈਂ ਮਰ ਗਿਆ। ਉਹਦੇ ਨਾਲ ਜ਼ਿੰਦਗੀ ਚੱਲਦੀ ਨਹੀਂ ਹੈ। ਠੀਕ ਹੈ। ਹਾਂਜੀ। ਹੁਣ ਤੁਸੀਂ ਐਂ ਦੱਸੋ ਵੀ ਰਾਜਪੁਰਾ ਹਲਕਾ ਦੇ ਵਿੱਚ ਪ੍ਰਚਾਰ ਕਰੋ ਜਾਂ ਡੇਰਾਬੱਸੀ ਹਲਕਾ ਦੇ ਵਿੱਚ ਕਰੋਗੇ? ਦੇਖੋ ਜੀ, ਇਸ ਤਰ੍ਹਾਂ ਹੈ, ਰਾਜਪੁਰਾ ਤੇ ਮੇਰਾ ਆਪਣਾ ਘਰ ਹੈ, ਇੱਥੇ ਤੇ ਮੈਂ ਕਰਨਾ ਹੀ ਕਰਨਾ। ਨਾਲੇ ਕਿਉਂਕਿ ਮੈਂ ਜੋ ਮਹਿਸੂਸ ਕੀਤਾ ਪਿਛਲੇ 10-15 ਦਿਨਾਂ ਦੇ ਵਿੱਚ, ਜਗਦੀਸ਼ ਕੁਮਾਰ ਜੱਗਾ ਜੀ ਇਜ਼ ਅ ਨਾਈਸ ਜੈਂਟਲਮੈਨ। ਉਹ ਸਿੱਧਾ ਸਾਦਾ ਜਿਹਾ ਬੰਦਾ ਹੈ। ਇਹੋ ਜਿਹੇ ਬੰਦੇ ਨੂੰ ਸਪੋਰਟ ਕਰਨ ਦਾ ਵੀ ਸਵਾਦ ਆਉਂਦਾ ਹੈ। ਹਾਂਜੀ, ਜੋ ਕੁਛ ਉਹਦੇ ਅੰਦਰ ਉਹੀ ਬਾਹਰ, ਜੋ ਮੈਂ ਆਪ ਅਨੁਭਵ ਕੀਤਾ। ਜਿੱਥੋਂ ਤੱਕ ਡੇਰਾਬੱਸੀ ਦਾ ਸੰਬੰਧ ਹੈ, ਕਿਉਂਕਿ ਡੇਰਾਬੱਸੀ ਵੀ ਮੈਂ 5 ਸਾਲ ਕੰਮ 6 ਸਾਲ ਕੰਮ ਕੀਤਾ ਹੈ। ਉੱਥੇ ਵੀ ਬਲਕਿ ਪਹਿਲੇ ਦਿਨ ਹੀ ਮੈਨੂੰ ਸੰਜੀਵ ਖੰਨਾ ਜੀ ਦਾ ਫੋਨ ਆਇਆ ਸੀ। ਉਹਨਾਂ ਮੇਰੇ ਇੱਕ ਦੂਜੇ ਕੰਮ ਸੇ ਮੇ ਲਗਾਏ ਸਨ। ਮੈਂ ਉਸੇ ਦਿਨ ਅਗਲੇ ਦਿਨ ਜਿੱਥੇ ਤੁਸੀਂ ਕਰਤੇ ਉਹਨਾਂ ਦੇ ਸਾਰੇ, ਜਦੋਂ ਹੁਣ ਕਹਿਣਗੇ ਮੈਨੂੰ ਦੁਬਾਰਾ, ਮੈਂ ਫਿਰ ਉੱਥੇ ਜਾਵਾਂਗਾ। ਇਹ ਤਾਂ ਨੀਡ ਬੇਸਡ ਗੱਲ ਹੈ ਨਾ ਜੀ, ਹੈ ਨਾ ਜੀ। ਹਾਂ। ਸੰਧੂ ਸਾਹਿਬ, ਇੱਕ ਗੱਲ ਦੱਸੋ, ਰਾਜਪੁਰਾ ਹਲਕੇ ਦੀਆਂ ਜਿਹੜੀਆਂ ਦਰਵੇਸ਼ ਮੁਸ਼ਕਲਾਂ ਹੈਗੀਆਂ ਉਹਦੇ ਬਾਰੇ ਤੁਸੀਂ ਭਲੀ ਭਾਂਤੀ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਬਨੂੜ ਵੀ ਬਹੁਤ ਤਰ੍ਹਾਂ ਦੀਆਂ ਮੁਸ਼ਕਲਾਂ ਆ। ਕੀ ਤੁਸੀਂ ਇਹਦੇ ਬਾਰੇ ਜੱਗੇ ਨਾਲ ਗੱਲ ਕੀਤੀ? ਮੈਂ ਦੇਖੋ, ਜੱਗਾ ਮੈਨੂੰ ਬਹੁਤ ਵੱਡਾ ਸਤਿਕਾਰ ਦਿੰਦਾ ਹੈ, ਪਹਿਲਾਂ ਵੀ ਦਿੰਦਾ ਸੀ, ਹੁਣ ਵੀ ਦਿੰਦਾ ਹੈ। ਉਹ ਮੈਨੂੰ ਇਹ ਗੱਲ ਕਹਿੰਦਾ ਹੈ ਵੀ ਸੰਧੂ ਸਾਹਿਬ ਮੈਨੂੰ ਤੁਹਾਡੀ ਲੋੜ ਹੈ ਜੀ। ਉਹ ਲੋੜ ਕਿਉਂ ਹੈ? ਇੱਕ ਤੇ ਮੇਰਾ ਜ਼ਿੰਦਗੀ ਦਾ ਤਜਰਬਾ ਉਹਦੇ ਨਾਲੋਂ ਜ਼ਿਆਦਾ ਹੈ। ਠੀਕ ਹੈ। ਦੂਸਰਾ, ਮੈਂ ਟੈਕਨੀਕਲ ਤੇ ਹਾਈਐਸਟ ਪੋਜੀਸ਼ਨ ਤੋਂ ਆਇਆ ਹੋਇਆ। ਇਨਫੋਰਮੇਸ਼ਨ ਟੈਕਨੋਲੋਜੀ ਦਾ ਮੈਂ ਚੇਅਰਮੈਨ ਰਹਿ ਚੁੱਕਿਆ। ਰਾਜਪੁਰੇ ਔਰ ਬਨੂੜ ਦੇ ਵਿੱਚ ਮੈਂ ਵਿਚਰਿਆ ਹੋਇਆ ਪਿਛਲੇ ਬਹੁਤ 2009-10 ਤੋਂ ਬਾਅਦ ਦਾ। ਇਸ ਕਰਕੇ ਜਿਹੜੀਆਂ ਸਮੱਸਿਆਵਾਂ ਵੀ ਨੇ ਉਹ ਜ਼ਿਹਨ ਵਿੱਚ ਨੇ। ਔਰ ਇਨਸ਼ਾ ਅੱਲਾ ਜੱਗਾ ਜੀ ਜਿੱਤਣ, ਬੀਜੇਪੀ ਅਲਾਇੰਸ ਤੇ ਲੋਕ ਕਾਂਗਰਸ ਦੀ ਸਰਕਾਰ ਬਣੇ ਤੇ ਰਾਜਪੁਰਾ ਔਰ ਬਨੂੜ ਦਾ ਅਸੀਂ ਨਕਸ਼ਾ ਜ਼ਰੂਰ ਬਦਲਾਂਗੇ। ਸੰਧੂ ਸਾਹਿਬ, ਤੁਸੀਂ ਇਨਫੋਟੈਕ ਦੇ ਚੇਅਰਮੈਨ ਰਹੇ ਹੋ, ਉਸ ਡਿਪਾਰਟਮੈਂਟ ਦੇ ਵਿੱਚ ਕੀ ਪੋਸਟਾਂ ਭਰਨ ਦੀ ਕਦੀ ਪ੍ਰਕਿਰਿਆ ਸ਼ੁਰੂ ਹੋਈ ਸੀ ਜਾਂ ਤੁਸੀਂ ਕੋਈ ਬੰਦੇ ਉਸ ਮਹਿਕਮੇ 'ਚ ਰਖਵਾਏ ਆਪਣੇ ਹੁੰਦੇ ਹੋਏ? ਨਹੀਂ, ਇਹ ਸਾਡਾ ਜਿਹੜਾ ਇਨਫੋਟੈਕ ਦਾ ਹੈਗਾ ਨਾ ਜੀ ਮਸਲਾ ਸੀ, ਉਹ ਥੋੜ੍ਹਾ ਜਿਹਾ ਟੈਕਨੀਕਲ ਹੈ। ਇਨਫੋਰਮੇਸ਼ਨ ਟੈਕਨੋਲੋਜੀ, ਕੰਪਿਊਟਰਾਈਜੇਸ਼ਨ ਐਟਸੈਟਰਾ। ਉਹਦੇ ਵਿੱਚ ਸਾਡਾ ਬੇਸਿਕ ਜਿਹੜਾ ਕੰਮ ਹੈ ਉਹ ਇਹ ਸੀਗਾ ਵੀ ਇੱਕ ਸੈਂਟਰ ਬਣਾਉਂਦੇ ਨੇ
ਕੈਲਸੀ ਸੈਂਟਰ ਉਹਨਾਂ ਨੂੰ ਕਹਿੰਦੇ ਨੇ। ਜੀ ਜੀ ਕੈਲਸੀ ਸੈਂਟਰ ਤੇ ਐਜੂਕੇਸ਼ਨ ਹੈ ਨਾ ਜੀ, ਕੈਲਸੀ ਸੈਂਟਰ। ਹਾਂਜੀ ਉਹ ਕੈਲਸੀ ਸੈਂਟਰ ਜਿਹੜੇ ਨੇ ਉਹ ਜਿਹੜੇ ਪਹਿਲਾਂ ਘੱਟ ਸਨ, ਫਿਰ ਹੌਲੀ ਹੌਲੀ ਕਰਦਿਆਂ ਅਸੀਂ ਪੰਜਾਬ ਪੱਧਰ ਤੇ ਉਹਨਾਂ ਨੂੰ ਕਾਫੀ ਉੱਚੇ ਲੈ ਗਏ। ਕੈਲਸੀ ਸੈਂਟਰ ਜਿਹੜੇ ਨੇ ਉਹ ਬੇਸਿਕਲੀ ਦੇ ਆਰ ਮੈਂਟ ਟੂ ਯੂ ਸੀ ਗਿਵ ਏ ਕੰਪਿਊਟਰ ਐਜੂਕੇਸ਼ਨ ਟੂ ਦਾ 10ਵੀਂ ਦੇ ਬੱਚੇ ਜਿਹੜੇ ਨੇ ਹੈ ਜੀ, 12ਵੀਂ ਦੇ ਬੱਚੇ ਨੇ, ਦੇ ਆਰ ਨਾਟ ਆਈਲੈਟਸ ਬਟ ਕੰਪਿਊਟਰ ਨੇ। ਉਹਦੇ ਨਾਲ ਉਹਨਾਂ ਦਾ ਮਤਲਬ ਕੈਲੀਬਰ ਔਰ ਐਬਿਲਿਟੀ ਵੱਧਦੀ ਆ ਕੰਪੀਟ ਕਰਨ ਵਾਸਤੇ ਔਰ ਕੁਆਲੀਫਿਕੇਸ਼ਨ ਵੱਧਦੀ। ਉਹ ਬੇਸਿਕ ਇਸ਼ੂ ਸੀਗਾ। ਦੂਸਰਾ ਜਿਹੜਾ ਇਨਫੋਰਮੇਸ਼ਨ ਟੈਕਨੋਲੋਜੀ ਵਿੱਚ ਤੁਸੀਂ ਗੱਲ ਕੀਤੀ ਵੀ ਨੌਕਰੀਆਂ ਦੀ, ਨੌਕਰੀਆਂ ਕਾਰਪੋਰੇਸ਼ਨ ਦੇ ਵਿੱਚ ਅੱਜ ਕੱਲ੍ਹ ਨਹੀਂ ਹੈ, ਪਹਿਲਾਂ ਹੀ ਸੈਚੂਰੇਸ਼ਨ ਹੈ। ਲੇਕਿਨ ਉੱਥੇ ਮਸਲਾ ਸੀਗਾ ਵੀ ਜਿਹੜੇ ਬੰਦੇ ਠੇਕੇ ਦੇ ਜਾਂ ਜਿਹੜੇ ਦੂਸਰੇ ਸਨ ਵੀ ਉਹਨਾਂ ਨੂੰ ਮੈਂ ਚਾਹੁੰਦਾ ਸਾਂ ਵੀ ਮੈਂ ਉਹਨਾਂ ਨੂੰ ਪੱਕਿਆ ਕਰਾਂ। ਡਿਪਾਰਟਮੈਂਟਲ ਕਈ ਗੱਲਾਂ ਹੁੰਦੀਆਂ ਨੇ, ਕਈ ਲੋਕੀ ਨਹੀਂ ਸਨ ਚਾਹੁੰਦੇ ਕਿਉਂਕਿ ਕਹਿੰਦੇ ਵੀ ਪੈਂਟ ਨਹੀਂ ਰਹਿੰਦੀ ਮੁੜ ਕੇ, ਹੈ ਨਾ। ਜਿਹੜੇ ਪਹਿਲਾਂ ਪੱਕੇ ਹੋ ਗਏ ਉਹ ਆਪਣੇ ਆਪ ਨੂੰ ਸਰਦਾਰ ਗਿਣਨ ਲੱਗ ਪੈਂਦੇ, ਹੈ ਨਾ ਜੀ। ਬਟ ਐਨੀਵੇ ਆਈ ਬੁਲਡੋਜ਼ਡ ਮਾਈ ਡਿਸੀਜਨ ਔਰ ਮੈਂ ਉਹਨਾਂ ਨੂੰ 2 ਸ਼੍ਰੇਣੀਆਂ ਦੇ ਵਿੱਚ ਵੰਡ ਕੇ, ਇੱਕ ਸੀਗਾ ਵੀ ਜਿਹੜੇ ਕਾਂਟਰੈਕਟ ਤੇ ਨੇ, ਇੱਕ ਜਿਹੜੇ ਡੇਲੀ ਬੇਸ ਤੇ ਜਿਹੜੇ ਹੁੰਦੇ ਨੇ, ਉਹ ਦੋਨਾਂ ਨੂੰ ਵੱਖਰਾ ਵੱਖਰਾ ਬਣਾ ਕੇ ਉਹਨਾਂ ਸਾਰਿਆਂ ਨੂੰ ਆਪਣਾ ਡਿਟੇਲ ਇਕੱਠੀ ਕਰਕੇ ਆਈ ਸੈਂਟ ਮਾਈ ਰਿਕਮੈਂਡੇਸ਼ਨ ਟੂ ਦਾ ਪੰਜਾਬ ਗਵਰਨਮੈਂਟ। ਜੀ ਜੀ ਜੀ। ਲੇਕਿਨ ਬਦਕਿਸਮਤੀ ਇਹ ਹੈ ਵੀ ਜੇ ਤਾਂ ਕੈਪਟਨ ਅਮਰਿੰਦਰ ਸਿੰਘ ਹੁੰਦੇ ਜੀ ਫਿਰ ਤਾਂ ਸਭ ਕੁਝ ਹੋ ਜਾਂਦਾ। ਉਹ ਸਤੰਬਰ ਵਿੱਚ ਚਲੇ ਗਏ, ਉਦੋਂ ਬਾਅਦ ਤਾਂ ਕਾਂਗਰਸ ਆਪੇ ਹੀ ਤੁਹਾਨੂੰ ਪਤਾ ਵੀ ਬੁਰਾ ਹਾਲ ਹੋ ਗਿਆ, ਕੋਈ ਵੀ ਕੰਮ ਸਿਰੇ ਨਹੀਂ ਲੱਗਿਆ ਸਰਕਾਰ ਦਾ। ਸੰਧੂ ਸਾਹਿਬ, ਬਨੂੜ ਦੇ ਵਿੱਚ ਕਾਫੀ ਮੁਸ਼ਕਲਾਂ ਹੈ। ਜਿਵੇਂ ਬਨੂੜ ਦਾ ਹਸਪਤਾਲ ਹੈ, ਇਹ ਕਾਗਜ਼ਾਂ 'ਚ ਹਸਪਤਾਲ ਨਹੀਂ ਹੈਗਾ, ਇਹ ਸਿੰਪਲ ਡਿਸਪੈਂਸਰੀ ਹੈ। ਤੁਸੀਂ ਭਲੀਭਾਂਤੀ ਜਾਣਦੇ ਹੋ, ਐਡੀ ਵੱਡੀ ਬਿਲਡਿੰਗ ਹੈ ਕਿ ਇਸ ਨੂੰ ਅਪਗ੍ਰੇਡ ਕਰਕੇ ਸਿਵਲ ਹਸਪਤਾਲ ਨਹੀਂ ਬਣਾਇਆ ਜਾ ਸਕਦਾ। ਇਸ ਬਾਰੇ ਤੁਸੀਂ ਜੱਗਾ ਜੀ ਨਾਲ ਗੱਲ ਕੀਤੀ। ਦੂਜਾ, ਬਨੂੜ ਦੇ ਵਿੱਚ ਕੋਈ ਹਸਪਤਾਲ ਤੋਂ ਇਲਾਵਾ ਬੱਸ ਸਟੈਂਡ ਨਹੀਂ ਹੈਗਾ, ਸਟਾਪੇਜ ਪ੍ਰੋਪਰ, ਠੀਕ ਹੈ ਜੀ। ਮੇਨ ਬਾਜ਼ਾਰ ਦੇ ਵਿੱਚ ਇੰਨਾ ਬੁਰਾ ਹਾਲ ਹੈ, ਜਿਵੇਂ ਬਾਥਰੂਮ ਵਗੈਰਾ, ਯੂਰੀਨਲਸ ਵਗੈਰਾ, ਲੇਡੀਜ਼ ਨੂੰ ਬੜੀ ਦਿੱਕਤਾਂ ਆਉਂਦੀਆਂ। ਕਿਉਂਕਿ ਮੈਂ ਪਹਿਲਾਂ ਵੀ ਗੱਲ ਕਰਦਾ ਨਾ ਇਸ ਬਾਰੇ, ਜਿਵੇਂ ਬੱਸ ਸਟੈਂਡ ਹੈ, ਬੱਸ ਸਟੈਂਡ ਪ੍ਰੋਪਰ ਬੱਸਾਂ ਨਹੀਂ ਖੜ੍ਹਦੀਆਂ। ਜਿਵੇਂ ਹੁਣ ਹੁਲਕਾ ਨੰਡਿਆਲੀ ਨੂੰ ਸੜਕ ਹੈ, ਉਧਰ ਨੂੰ ਕੋਈ ਬੱਸ ਦਾ ਰੂਟ ਨਹੀਂ ਹੈਗਾ। ਤੁਸੀਂ ਇਹਨਾਂ ਮੁਸ਼ਕਲਾਂ ਬਾਰੇ ਜੱਗਾ ਜੀ ਨਾਲ ਗੱਲ ਕੀਤੀ ਕਦੇ? ਇਹ ਜੱਗਾ ਜੀ ਨਾਲ ਗੱਲ ਮੇਰੀ ਹੁੰਦੀ ਰਹਿੰਦੀ ਹੈ, ਪਰ ਉਹ ਸਾਰੀਆਂ ਗੱਲਾਂ ਮੇਰੇ ਤੇ ਸੁੱਟ ਰਹੇ ਨੇ। ਓਕੇ, ਠੀਕ ਹੈ। ਉਹ ਕਹਿੰਦੇ ਜੀ ਵੀ ਇਹ ਜਿਹੜੀਆਂ ਮੁਸ਼ਕਲਾਂ ਬਨੂੜ ਦੀਆਂ ਔਰ ਰਾਜਪੁਰ ਦੀਆਂ, ਸੰਧੂ ਸਾਹਿਬ ਤੁਸੀਂ ਮੈਨੂੰ ਹੈਲਪ ਕਰਨੀ ਹੈ ਵੀ ਅਸੀਂ ਕਿੱਦਾਂ ਕਰਨਾ ਤੇ ਕਿੱਥੇ ਲੈ ਕੇ ਜਾਣਾ। ਠੀਕ ਹੈ ਜੀ। ਜਿੱਥੋਂ ਤੱਕ ਤੁਸੀਂ ਬਨੂੜ ਦਾ ਸੰਬੰਧ ਹੈ ਜੀ, ਇਹ ਤੁਹਾਡੀ ਗੱਲ ਠੀਕ ਹੈ ਵੀ ਹਸਪਤਾਲ ਜਿਹੜਾ ਹੈ ਉਹ ਇੱਥੇ ਬਣਨਾ ਚਾਹੀਦਾ ਹੈ। ਇਹ ਕਿਉਂ ਨਹੀਂ ਬਣਿਆ, ਇਹ ਬੜੀ ਦੁਖਦਾਈ ਗੱਲ ਹੈ। ਜੀ ਜੀ ਜੀ। ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਦਾ ਵੀ ਹਸਪਤਾਲ ਤਾਂ ਵੱਡੀ ਗੱਲ ਹੈ। ਹਸਪਤਾਲ ਦਾ ਕਰਮਜੀਤ ਜੀ, ਪਾਣੀ ਦਾ ਜਿਹੜਾ ਸੀਵਰੇਜ ਦਾ ਪਾਣੀ ਹੈ ਉਹਦਾ ਨਿਕਾਸ ਹੈ ਨਹੀਂ। ਬਿਲਕੁਲ ਠੀਕ ਹੈ ਜੀ। ਹੈ ਜੀ। ਉੱਥੇ ਜਾ ਕੇ ਵੇਖੋ ਤੁਸੀਂ ਗਰਮੀਆਂ ਦੇ ਵਿੱਚ ਵੀ ਸੈਨੀਟੇਸ਼ਨ ਹਸਪਤਾਲ ਦੇ ਵਿੱਚ ਮੱਖੀ ਮੱਛਰ ਬਦਬੂ, ਮਤਲਬ ਕੀ ਆਪਾਂ ਕਰੀ ਜਾਂਦੇ ਹਾਂ। ਔਰ ਮੈਂ ਇਸ ਗੱਲ ਦੀ MLA ਸਾਹਿਬ ਨੂੰ ਬੇਨਤੀ 2 ਦਫਾ ਕੀਤੀ ਬਈ ਪਹਿਲਾਂ ਮੈਂ ਈਓ ਨੂੰ ਕਿਹਾ, ਉਹ ਕਹਿੰਦੇ ਤੁਸੀਂ MLA ਸਾਹਿਬ ਨੂੰ ਵੀ ਕਹਿ ਦਿਓ। ਮੈਂ ਕਿਹਾ ਮੈਂ ਕਹਿ ਦਿੰਦਾ, ਕਿਉਂਕਿ ਮੇਰੇ ਵਿੱਚ ਤਾਂ ਰੈਜ਼ਰਵੇਸ਼ਨ ਕਦੀ ਹੋਈ ਨਹੀਂ ਔਰ ਉੱਤੇ ਪੈਸੇ ਵੀ ਬਹੁਤੇ ਨਹੀਂ ਲੱਗਦੇ ਸੀ, ਹੈ ਨਾ ਜੀ। ਉਹ ਸਿਰਫ ਉਹਨੂੰ ਪੰਪ ਬਣਾ ਕੇ, ਇੱਕ ਪੰਪ ਹਾਊਸ ਬਣਾ ਕੇ ਤੁਹਾਨੂੰ ਉਹਦੇ ਸੀਵਰ ਵਿੱਚ ਸੁੱਟਣਾ ਸੀ। ਸੀਵਰ ਸੁੱਟਣਾ ਸੀ, ਪੰਪ ਨਹੀਂ, ਸੀਵਰ ਸੁੱਟਣਾ ਸੀ। ਉਹ ਅੱਜ ਤੱਕ ਨਹੀਂ, ਪਤਾ ਨਹੀਂ ਕਿਉਂ ਨਹੀਂ ਹੋਇਆ, ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ। MLA ਸਾਹਿਬ ਬੜੇ ਵੈਸੇ ਆਪਣੇ ਤੇਜ਼ ਨੇ, ਦਿਮਾਗ ਦੇ ਨੇ, ਪਰ ਉਹ ਕਿਉਂ ਨਹੀਂ ਕੀਤਾ ਮੈਨੂੰ ਨਹੀਂ ਪਤਾ। ਯੈਸ, ਹਸਪਤਾਲ ਬਣਨਾ ਚਾਹੀਦਾ ਔਰ ਉਹਦੇ 'ਚ ਬੈੱਡ ਵਗੈਰਾ ਜ਼ਿਆਦਾ ਚਾਹੀਦੇ ਨੇ, ਕਿਉਂਕਿ ਬਨੂੜ ਜਿਹੜਾ ਨਾ ਜੀ, ਬਨੂੜ ਇਜ਼ ਏ ਕਾਈਂਡ ਆਫ ਗੇਟਵੇ ਟੂ ਚੰਡੀਗੜ੍ਹ। ਜਦੋਂ ਤੁਸੀਂ ਇੱਧਰੋਂ ਮਾਲ ਵਿੱਚ ਆਉਣੇ, ਬਿਲਕੁਲ ਠੀਕ ਹੈ। ਇਸ ਕਰਕੇ ਬਨੂੜ ਨੂੰ ਵੇਖਣ ਦੀ ਲੋੜ ਹੈ, ਧਿਆਨ ਨਾਲ ਇਹਦੀ ਡਿਵੈਲਪਮੈਂਟ ਕਰਨ ਦੀ ਲੋੜ ਹੈ। ਬੱਸ ਸਟੈਂਡ ਜਿਹੜਾ ਜੀ, ਮਤਲਬ ਆਪਾਂ ਜਿਹੜਾ ਵੀ ਕੰਮ ਕਰਦੇ ਹਾਂ ਉਹ ਇਸ ਤਰੀਕੇ ਨਾਲ ਕਰਦੇ ਹਾਂ ਵੀ ਡੰਗ ਟਪਾਊ, ਵੀ ਹਾਂ ਜੀ ਬੋਰਡ ਲਾਤਾ ਜੀ, ਆ ਵੇਖੋ ਜੀ ਬੱਸ ਸਟੈਂਡ ਆ ਗਏ ਨਾ, ਉੱਥੇ ਬੱਸ ਖਲੋ ਸਕਦੀ ਹੈ। ਮੇਨ ਸੜਕ ਤੇ ਬੱਸ ਕਿੱਥੇ ਖਲੋ ਜੀ ਉੱਥੇ, ਹੈ ਨਾ ਜੀ, ਹੈ ਨਾ। ਇਸ ਕਰਕੇ ਕੋਈ ਜਗ੍ਹਾ ਜਿੱਥੇ ਆਪਣਾ ਪ੍ਰੋਪਰ ਬੱਸ ਸਟੈਂਡ ਬਣ ਸਕੇ, ਬੱਸ ਸਟੈਂਡ ਬਣਨਾ ਚਾਹੀਦਾ ਜੀ ਜੀ ਜੀ। ਔਰ ਇਨਸ਼ਾਅੱਲਾ ਜੇ ਮੌਕਾ ਮਿਲਿਆ ਤੇ ਬਣੇਗਾ ਵੀ। ਬਿਲਕੁਲ ਠੀਕ ਹੈ। ਦੂਜੀ ਗੱਲ, ਮੈਂ ਤੁਸੀਂ ਬਨੂੜ ਦੀ ਗੱਲ ਕਰਦੇ ਹੋ, ਮੇਰੇ ਮਨ ਵਿੱਚ ਬਹੁਤ ਵਿਚਾਰਾਂ ਨੇ, ਕਿਉਂਕਿ ਮੈਂ ਤਾਂ ਮੇਰਾ ਹੁਣ ਇਹੀ ਘਰ ਹੈ, ਮਤਲਬ ਮੇਰੀ ਜ਼ਮੀਨ ਜਾਇਦਾਦ ਇੱਥੇ ਹੈ, ਮੈਂ ਵਿਚਰਦਾ ਲੋਕਾਂ ਸਾਰਿਆਂ 'ਚ। ਬਨੂੜ ਦੀ ਡਿਵੈਲਪਮੈਂਟ ਅੱਜ ਤੱਕ ਜਿੰਨੀ ਹੋਈ ਉਹ ਟੋਟਿਆਂ 'ਚ ਹੋਈ। ਬਿਲਕੁਲ ਠੀਕ ਹੈ ਜੀ। ਹਾਂਜੀ, ਵੀ ਇੱਕ ਗਲੀ ਫੜ ਲਈ ਤੁਸੀਂ, ਪਹਿਲਾਂ ਉਹਦੇ ਤੁਸੀਂ
ਪਾਣੀ ਦੀਆਂ ਪਾਈਪਾਂ ਪਾਤੀਆਂ, ਫਿਰ ਉਹਦੇ 'ਚ ਸੀਵਰ ਲਾਈਨ ਪਾਤੀ, ਮਗਰ ਬਿਜਲੀ ਵਾਲੇ ਆ ਗਏ, ਉਹਨਾਂ ਨੇ ਫੇਰ ਪੁੱਟਤਾ, ਫੇਰ ਦੁਬਾਰਾ ਸ਼ੁਰੂ ਕਰਤੀਆਂ, ਫੇਰ ਨਾਲੀਆਂ ਬਣਾਉਣੀਆਂ ਸ਼ੁਰੂ ਕਰਤੀਆਂ। ਇਹ ਕੋਈ ਤਰੀਕਾ ਨਹੀਂ ਹੈ। ਇੱਦਾਂ ਹੀ ਹੁਣ ਗੈਸ ਲਾਈਨ ਪੈ ਰਹੀ ਆ, ਗੈਸ ਲਾਈਨ ਗਲੀਆਂ ਫੇਰ ਪੱਟੀਆਂ ਜਾ ਰਹੀਆਂ, ਟੈਲਾਂ ਲੱਗੀ ਜਾ ਰਹੀਆਂ, ਗਲੀਆਂ ਪੱਟੀ ਜਾ ਰਹੇ, ਇਹ ਡਬਲ ਖਰਚਾ। ਕੀ ਇਹ ਸਿਸਟਮ ਤਰੀਕੇ ਨਾਲ ਨਹੀਂ ਬਣ ਸਕਦਾ ਸੀਗਾ? ਬਿਲਕੁਲ ਬਣ ਸਕਦਾ ਸੀ ਜੀ, ਕਿਉਂ ਨਹੀਂ ਬਣ ਸਕਦਾ? ਇਹ ਕਾਰਨ ਕੀ ਹੋਇਆ ਸਰ? ਕਾਰਨ ਇਹ ਹੋਇਆ ਵੀ ਅੱਜ ਕੱਲ ਦੇ ਜਿਹੜਾ ਰਾਜਨੀਤੀ ਆ ਗਈ ਨਾ, ਜਿਹੜਾ ਰਾਜਨੀਤਿਕ ਬੰਦਾ ਬਣਦਾ ਹੈ, ਐਮਐਲਏ ਬਣਦਾ, ਉਹ ਸਮਝਦਾ ਵੀ ਮੇਰੇ ਕੋਲ ਸਭ ਤੋਂ ਵੱਧ ਨੌਲੇਜ ਹੈ ਜੀ, ਲੇਕਿਨ ਇਹ ਗਲਤ ਹੈ। ਉਹ ਆਪ ਹੀ ਡਾਕਟਰ ਬਣ ਜਾਂਦਾ, ਆਪ ਹੀ ਇੰਜੀਨੀਅਰ ਬਣ ਜਾਂਦਾ, ਆਪ ਹੀ ਉਹ ਵੈਦ ਬਣ ਜਾਂਦਾ, ਆਪ ਹੀ ਉਹ ਆਰਕੀਟੈਕਟ ਬਣ ਜਾਂਦਾ। ਇਹ ਗਲਤ ਬਾਤ ਹੈ। ਠੀਕ ਹੈ, ਕਿਉਂਕਿ ਜਿਹੜੇ ਬੰਦਿਆਂ ਨੂੰ ਟੈਕਨੀਕਲ ਨੌਲੇਜ ਹੈ ਉਹਨਾਂ ਦਾ ਸਹਿਯੋਗ ਲੈਣਾ ਚਾਹੀਦਾ। ਬਿਲਕੁਲ ਠੀਕ। ਜਿਹੜਾ ਰਾਜਨੀਤਿਕ ਬੰਦੇ ਲੈਂਦੇ ਨਹੀਂ, ਉਹਦਾ ਹਸ਼ਰ ਇਹੀ ਹੁੰਦਾ ਜੋ ਬਨੂੜ ਦਾ ਅੱਜ ਹੋ ਰਿਹਾ। ਦੂਜੀ ਗੱਲ, ਤੁਸੀਂ ਟਾਈਲਾਂ ਦੀ ਕਰਦੇ ਹੋ, ਮੈਂ ਲੌਕ ਐਂਡ ਟਾਈਲਸ ਲਵਾਉਣ ਦੇ ਪੂਰਾ ਖਿਲਾਫ ਹਾਂ। ਠੀਕ ਹੈ, ਇਹ ਇੱਕ ਕਰਪਸ਼ਨ ਦਾ ਇੱਕ ਹਿੱਸਾ ਬਣ ਚੁੱਕਿਆ। ਠੀਕ ਹੈ ਸਰ। ਇੱਥੇ ਹੀ ਨਹੀਂ, ਡੇਰਾਬੱਸੀ ਵੀ ਇਹੀ ਹਾਲ ਹੈ। ਅੱਛਾ ਜੀ। ਹਾਂ, ਜਿਹੜਾ ਐਮਸੀ ਨਵਾਂ ਆਉਂਦਾ, ਉਹ ਆਪਣਾ ਚੁੱਪ ਕਰਕੇ ਮਸ਼ੀਨ ਜੀ ਆਪਣਾ ਲਾ ਲੈਂਦਾ, ਉੱਥੋਂ ਹੀ ਲਈ ਜਾਂਦੇ ਆ, ਉੱਥੋਂ ਹੀ ਟੈਂਡਰ ਹੋ ਜਾਂਦਾ, ਨਾਲੇ ਉੱਧਰੋਂ ਪੈਸੇ ਬਣ ਗਏ, ਨਾਲੇ ਇੱਧਰੋਂ ਕੰਮ 'ਚੋਂ ਪੈਸੇ ਬਣ ਗਏ। ਔਰ ਇੰਨੀ ਦੁਰਦਸ਼ਾ ਕਰਦੇ ਨੇ ਲੋਕ ਬਈ, ਬਹੁਤੀਆਂ ਜਿਹੜੀਆਂ ਆਪਣੀਆਂ ਪੁਰਾਣੇ ਘਰ ਬਣੇ ਹੋਏ ਨੇ, ਇਹ ਜਿਹੜੀਆਂ ਟਾਈਲਾਂ ਨੇ, ਉਹਨਾਂ ਦੇ ਪਾਣੀ ਉਹਨਾਂ ਦਾ ਲੈਵਲ, ਫਰਸ਼ ਲੈਵਲ ਤੋਂ ਉੱਪਰ ਚਲਾ ਗਿਆ ਹੈ ਜੀ। ਇਹ ਕਿੱਥੇ ਲਿਖਿਆ ਹੋਇਆ ਜੀ? ਬਿਲਕੁਲ ਠੀਕ। ਤੁਸੀਂ ਤੇ ਆਪਣਾ ਕੰਮ ਕਰ ਗਏ, ਤੁਸੀਂ ਤਾਂ ਆਪਣੀ ਜੇਬ ਭਰ ਲਈ, ਤੇ ਹੁਣ ਘਰ ਵਾਲਾ ਘਰ ਕਿੱਦਾਂ ਢਾਊਗਾ ਜੀ? ਲੋੜ ਇਸ ਗੱਲ ਦੀ ਹੁੰਦੀ ਹੈ ਵੀ ਜਿਹੜਾ ਪਲਿੰਥ ਹੈ ਤੁਹਾਡਾ ਆਪਣਾ ਘਰ ਦਾ, ਜਿਹੜੀ ਡਿਵੈਲਪਮੈਂਟ ਹੋਣੀ ਉਹ ਥੱਲੇ ਹੋਵੇ। ਬਿਲਕੁਲ ਠੀਕ ਹੈ ਜੀ, ਤਾਂ ਕਿ ਪਾਣੀ ਅੰਦਰ ਨਾ ਜਾ ਸਕੇ। ਔਰ ਮੈਂ ਵਾਅਦਾ ਦਿੰਦਾ ਤੁਹਾਡੇ ਥਰੂ, ਮੈਂ ਹਰ ਥਾਂ ਤੇ ਗੱਲ ਇਹ ਕਹਿਣਾ, ਬਿਲਕੁਲ ਮੌਕਾ ਮਿਲਣਾ ਚਾਹੀਦਾ। ਠੀਕ ਹੈ ਸਰ। ਔਰ ਮੇਰੇ ਮਨ ਦੀ ਖਾਹਿਸ਼ ਹੈ ਵੀ ਮੈਂ ਕੋਈ ਬਨੂੜ ਵਿੱਚ ਆਪਣੀ ਛਾਪ ਛੱਡ ਕੇ ਜਾਵਾਂ। ਛਾਪ ਛੱਡ ਕੇ ਸਰ ਐਂ ਦੱਸੋ, ਆਮ ਲੋਕਾਂ ਨੂੰ ਸਿਰਫ 3 ਚੀਜ਼ਾਂ ਦੀ ਲੋੜ ਹੁੰਦੀ ਹੈ: ਸਫਾਈ, ਬਿਜਲੀ ਪਾਣੀ ਤੇ ਐਜੂਕੇਸ਼ਨ। ਇਹਦੇ ਬਾਰੇ ਬਨੂੜ ਦੇ ਵਿੱਚ ਇੰਨਾ ਮਾੜਾ ਹਾਲ ਹੈ। ਸਫਾਈ ਦਾ ਤਾਂ ਪੁੱਛੋ ਹੀ ਨਾ ਕੁਛ, ਭਾਵੇਂ ਨਗਰ ਕੌਂਸਲ ਨੇ ਠੇਕੇ ਤੇ ਕੰਮ ਦਿੱਤਾ ਹੋਇਆ, ਪਰ ਸਫਾਈ ਦਾ ਬਹੁਤ ਮਾੜਾ ਹਾਲ ਹੈ। ਨਗਰ ਕੌਂਸਲ ਦੀ ਬੈਕ ਸਾਈਡ ਤੇ ਬਾਥਰੂਮ ਬਣੇ ਹੋਏ ਆ, ਉੱਥੇ ਕਦੀ ਗੇੜਾ ਮਾਰ ਕੇ ਦੇਖੋ, ਇੰਨਾ ਮਾੜਾ, ਕਦੀ ਸਫਾਈ ਨਹੀਂ ਹੋ ਸਕੀ। ਐਵੇਂ ਬਾਜ਼ਾਰ ਦੇ ਵਿੱਚ ਨਾ ਤਾਂ ਕੋਈ ਬਾਥਰੂਮ ਹੈ, ਨਾ ਹੀ ਬੱਸ ਸਟੈਂਡ ਤੇ ਕੋਈ ਬਾਥਰੂਮ ਹੈ। ਹਾਲਾਂਕਿ ਕੰਮ ਸਾਰਾ ਠੇਕੇ ਤੇ ਦਿੱਤਾ ਹੋਇਆ। ਬੱਸ ਸਟੈਂਡ ਦੇ ਵਿੱਚ ਅੱਡਾ ਫੀਸ ਲਗਾਈ ਹੋਈ ਹੈ। ਠੀਕ ਹੈ ਜੀ, ਅੱਡਾ ਫੀਸ ਕਿਸ ਚੀਜ਼ ਦੀ ਲਈ ਜਾ ਰਹੀ ਹੈ ਜਦੋਂ ਅੱਡੇ ਦੇ ਉੱਤੇ ਕੋਈ ਸਹੂਲਤ ਹੀ ਕੋਈ ਨਹੀਂ ਹੈਗੀ? ਇਸ ਬਾਰੇ ਕੀ ਕਹੋਗੇ? ਦੇਖੋ, ਤੁਸੀਂ ਟਾਇਲਟਸ ਦੀ ਗੱਲ ਕੀਤੀ ਹੈ। ਮੈਂ ਡੇਰਾਬੱਸੀ ਵਿੱਚ ਵੀ ਨਾ, ਮੈਂ ਆਪਣਾ ਇੱਕ ਡੇਰਾਬੱਸੀ ਵਾਸਤੇ ਇੱਕ ਬਣਾਇਆ ਸੀਗਾ ਨਕਸ਼ਾ, ਜਿਹਨੂੰ ਕਹਿ ਲਓ ਵੀ ਮੇਰੀ ਸੋਚ ਮੇਰੀ ਆਵਾਜ਼, ਉਹ ਮੈਂ ਕਿਹਾ ਸੀ ਉਹਨਾਂ ਨੂੰ, ਤੇ ਮੈਂ ਪੇਪਰ ਦੇਣਾ ਸੀ, ਪਰ ਉਦੋਂ ਹੀ ਉਹ ਫੈਸਲਾ ਹੋ ਗਿਆ ਤੇ ਮੈਂ ਨਹੀਂ ਦਿੱਤਾ। ਉਹਦੇ ਵਿੱਚ ਪਬਲਿਕ ਟਾਇਲਟਸ ਦਾ ਇੱਕ ਵਿਸ਼ਾ ਸੀਗਾ। ਉਹੀ ਇੱਥੇ ਵੀ ਜ਼ਰੂਰੀ ਹੈ। ਅੱਜ ਕੱਲ੍ਹ ਕੋਈ ਪਬਲਿਕ ਟਾਇਲਟ ਸੀਮੈਂਟ ਬਣਾਉਣ ਦੀ ਲੋੜ ਨਹੀਂ ਹੈ। ਜਿਹੜੇ ਉਹ ਪੋਰਟੇਬਲ ਆ ਜਾਂਦੇ ਨੇ, ਹਾਂ ਪੋਰਟੇਬਲ ਨੇ, ਉਹਦੇ 'ਚ ਜੈਂਟਸ ਵੱਖਰਾ, ਲੇਡੀਜ਼ ਵੱਖਰਾ, ਸਾਰੇ ਸ਼ਹਿਰ ਦੇ ਵਿੱਚ ਕਈਆਂ ਥਾਵਾਂ ਤੇ ਲੱਗ ਜਾਣਾ ਚਾਹੀਦਾ, ਇਨਕਲੂਡਿੰਗ ਯੋਰ ਦਿਸ ਆਪਣਾ ਬੱਸ ਸਟੈਂਡ, ਇਨਕਲੂਡਿੰਗ ਯੋਰ ਦਿਸ ਸਟੇਡੀਅਮ, ਇਨਕਲੂਡਿੰਗ ਯੋਰ ਹਸਪੀਟਲ, ਜਿਹੜੇ ਵੀ ਤੁਹਾਡੇ ਅਦਾਰੇ ਨੇ। ਔਰ ਤੁਸੀਂ ਗੱਲ ਕਰਦੇ ਹੋ ਵੀ ਸਫਾਈ ਨਹੀਂ ਹੁੰਦੀ ਤੇ ਫਿਰ ਈਓ ਜਾਂ ਜਿਹੜਾ ਕੋਈ ਐਮਸੀ ਹੈਗਾ ਉਹਨੂੰ ਸਸਪੈਂਡ ਕਰ ਦੇਣਾ ਚਾਹੀਦਾ। ਤਾਂ ਐਵੇਂ ਹੈ ਜੀ, ਬਿਲਕੁਲ ਠੀਕ ਹੈ ਤੁਹਾਡੀ ਗੱਲ। ਇੱਕ ਵਾਰੀ ਸਸਪੈਂਡ ਕਰ ਦਿਓਗੇ, ਕੰਨਾਂ ਨੂੰ ਹੱਥ ਲੱਗ ਜਾਣ, ਕਿਵੇਂ ਨਾ ਕੰਮ ਕਰਨਗੇ ਅਗਲੇ? ਕਿਉਂਕਿ ਲੋਕਾਂ ਦੀ ਕਿਸੇ ਪਾਸੇ ਸੁਣਵਾਈ ਨਹੀਂ ਹੈ ਜੀ। ਨਗਰ ਕੌਂਸਲ ਦੇ ਵਿੱਚ ਜਾਓ, ਈਓ ਸਾਹਿਬ ਕੋਈ ਗੱਲ ਨਹੀਂ ਸੁਣਵਾਈ ਹੁੰਦੀ, ਕਿਤੇ ਕੋਈ ਮੁਲਾਜ਼ਮ ਨਹੀਂ ਪ੍ਰੋਪਰ ਕੰਮ ਕਰ ਰਿਹਾ। ਬੁਰਾ ਹਾਲ ਹੈ ਸਿਸਟਮ ਦਾ ਬਨੂੜ ਦਾ ਤਾਂ ਹੋਇਆ। ਸੈਕਿੰਡ, ਆਪਾਂ ਹੁਣ ਰਾਜਨੀਤੀ ਦੀ ਗੱਲ ਕਰਦੇ ਹਾਂ ਜੀ, ਪੰਜਾਬ ਦੀ ਰਾਜਨੀਤੀ ਬਾਰੇ। ਚੰਨੀ ਸਾਹਿਬ, ਸੀਐਮ ਸਾਹਿਬ, ਚਮਕੌਰ ਸਾਹਿਬ ਤੋਂ ਭਦੌੜ ਤੋਂ ਇਲੈਕਸ਼ਨ ਲੜ ਰਿਹਾ। ਪਹਿਲਾਂ ਉਹਨਾਂ ਦਾ ਇੱਕੋ ਹੀ ਸਿਸਟਮ ਸੀਗਾ ਚਮਕੌਰ ਸਾਹਿਬ ਤੋਂ ਲੜਨ ਦਾ। ਕੀ ਕਾਰਨ ਹੋਇਆ ਵੀ ਭਦੌੜ ਜਾਣਾ ਪੈ ਗਿਆ ਉਹਨਾਂ ਨੂੰ? ਦੇਖੋ, ਮੈਂ ਬੜੇ ਦੁੱਖ ਨਾਲ ਗੱਲ ਕਹਿਣਾ ਵੀ ਚੰਨੀ ਸਾਹਿਬ ਨੇ ਆਪਣਾ ਅਕਸ ਬੜਾ ਗਵਾਇਆ। ਮਹਾਰਾਜ ਨੇ, ਅਕਾਲ ਪੁਰਖ ਨੇ, ਪਰਮਾਤਮਾ ਨੇ ਇੰਨੀ ਵੱਡੀ ਤਾਕਤ, ਇੰਨਾ ਵੱਡਾ ਮੌਕਾ ਉਸ ਸ਼ਖਸ ਨੂੰ ਦਿੱਤਾ, ਔਰ ਉਹ ਠੀਕ ਵੀ ਚੱਲ ਪਏ ਸਨ। ਲੇਕਿਨ ਜੋ ਅੰਦਰ ਖਾਤੇ ਗੱਲਾਂ ਹੋ ਰਹੀਆਂ ਸੀ, ਉਹ ਆਪਾਂ ਨੂੰ ਨਹੀਂ ਸੀ ਪਤਾ, ਜਿਹੜੀਆਂ ਜਗਜ਼ਾਰ ਹੋ ਗਈਆਂ ਜਦੋਂ ਇਹ ਉਹਨਾਂ ਤੇ ਰੇਡ ਹੋਇਆ, ਜਿਹੜੀ 17-18 ਦੇ ਵਿੱਚ ਜਦੋਂ ਉਹ FIR ਹੋਈ ਸੀ। ਹੁਣ ਮਤਲਬ ਜਿਹੜਾ ਚੀਫ ਮਿਨਿਸਟਰ, ਵੈਸੇ ਤਾਂ ਸਾਰੀ ਕਾਂਗਰਸੀ, ਮੈਨੂੰ ਦੁੱਖ ਹੁੰਦਾ ਕਿਉਂਕਿ ਮੈਂ ਉਸ ਪਾਰਟੀ ਸਾਂ, ਮੈਂ ਕਹਿੰਦਾ ਵੀ ਰਿਹਾ, 80% MLA
ਜਿਹਦੇ ਵਿੱਚ ਮਿਨਿਸਟਰ ਵੀ ਇਨਕਲੂਡਡ ਨੇ, ਸਾਰੇ ਹੀ ਬੰਦੇ ਕਰਪਸ਼ਨ ਦੇ ਵਿੱਚ ਲਿਪਟ ਰਹੇ ਨੇ। ਠੀਕ ਹੈ। ਬਹੁਤ ਰੱਜ ਕੇ ਮਾਈਨਿੰਗ ਕੀਤੀ, ਰੱਜ ਕੇ ਮਿੱਟੀ ਵੇਚੀ, ਇੱਕ ਕੰਮ ਕੀਤਾ ਕਿਤੇ ਇਹਨਾਂ ਨੇ, ਜਿੱਥੋਂ ਵੇਖਿਆ ਪੈਸਾ ਇਹਨੇ ਜੇ। ਔਰ ਚੰਨੀ ਸਾਹਿਬ ਨੇ ਜੋ ਕੀਤਾ, ਜੇ ਹੁਣ ਉਹਨਾਂ ਦੇ ਭਾਣਜੇ ਜਾਂ ਪਤਾ ਨਹੀਂ ਸਿਸਟਰ ਲਾ ਦਾ ਕੀ ਰਿਸ਼ਤਾ ਉਹਨਾਂ ਦਾ, ਜੇ ਉਹਦੇ ਘਰੋਂ 10 ਕਰੋੜ ਜਮ੍ਹਾਂ ਪ੍ਰਾਪਰਟੀ ਦੇ ਕਾਗਜ਼ ਮਿਲ ਸਕਦੇ ਨੇ, ਤੇ ਫਿਰ ਤੁਸੀਂ ਅੰਦਾਜ਼ਾ ਲਗਾਓ ਵੀ ਚੰਨੀ ਸਾਹਿਬ ਦੇ ਕੋਲ ਆਪਣੇ ਕੋਲ ਕੀ ਹੋਊਗਾ। ਹੈ ਨਾ, ਦੁੱਖ ਹੁੰਦਾ ਮੈਨੂੰ। ਦੇਖੋ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ, ਕਿਉਂਕਿ ਮੈਂ ਤੇ ਵਿਚਰਿਆ ਹੋਇਆ ਸਾਹਿਬ ਬੇਅੰਤ ਸਿੰਘ ਹੋਰਾਂ ਦੇ ਨਾਲ, ਹੈ ਜੀ। ਮੇਰੇ ਮਿਨਿਸਟਰ ਉਦੋਂ ਕਈ ਰਹੇ, ਲੇਕਿਨ ਇਸ ਤਰ੍ਹਾਂ ਨਹੀਂ ਸੀ ਹੁੰਦਾ। ਕੈਪਟਨ ਅਮਰਿੰਦਰ ਸਿੰਘ ਹੋਰੀ ਚੀਫ ਮਿਨਿਸਟਰ ਰਹੇ, ਜੇ ਮੈਂ ਉਹਨਾਂ ਨਾਲ ਵੀ ਐਜ਼ ਚੀਫ ਇੰਜੀਨੀਅਰ ਕੰਮ ਕੀਤਾ ਹੋਇਆ, ਇਸ ਤਰ੍ਹਾਂ ਨਹੀਂ ਸੀ ਹੁੰਦਾ। ਹੁਣ ਤਾਂ ਪਤਾ ਨਹੀਂ ਕੀ ਮਤਲਬ ਇਸੇ ਡਰ ਤੋਂ ਮਾਰਿਆ ਕਿ ਮੇਰੇ ਖਿਆਲ ਹੋ ਸਕਦਾ ਉਹਨਾਂ ਦੇ ਮਨ ਵਿੱਚ ਇਹ ਡਰ ਹੋਵੇ ਵੀ ਚਮਕੌਰ ਤੋਂ ਸ਼ਾਇਦ ਮੈਨੂੰ ਮੁਸ਼ਕਲ ਆਵੇ, ਕਿਉਂਕਿ ਪਿਛਲੀ ਦਫਾ ਜਿਹੜਾ ਬੰਦਾ ਆਪ ਦਾ ਸੀ ਸ਼ਾਇਦ ਸ਼ੇਖ ਡਾਕਟਰ ਚਰਨਜੀਤ ਜਿਹੜਾ ਵੀ ਹੈ ਉਹ ਬੜੀਆਂ ਥੋੜਾ ਮੋਟਾ ਨਾਲ ਹਾਰਿਆ ਉੱਥੋਂ। ਠੀਕ ਹੈ ਨਾ ਜੀ, ਬਿਲਕੁਲ ਹੋ ਸਕਦਾ ਇਹ ਇੱਕ ਵਿਸ਼ਾ ਹੋਵੇ, ਹੈ ਜੀ, ਜਿਸ ਕਰਕੇ ਨਾ ਆਖਿਆ ਮੈਂ ਭਦੌੜ ਚਲਾ ਜਾਣਾ, ਪਰ ਭਦੌੜ ਤੋਂ ਵੀ ਜਿਤਨਾ ਔਖਾ ਹੈ। ਅੱਛਾ, ਔਖਾ ਹੈ ਕਿਉਂਕਿ ਭਦੌੜ ਤੋਂ ਪਹਿਲਾਂ ਮਿਸਟਰ ਪਿਰਮਲ ਖਾਲਸਾ ਸ਼ਾਇਦ ਆਮ ਆਦਮੀ ਪਾਰਟੀ ਤੋਂ ਜਿੱਤੇ ਸੀਗੇ, ਉਹਨਾਂ ਨੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਜੁਆਇਨ ਕੀਤੀ, ਕਾਂਗਰਸ ਨੇ ਉਹਨਾਂ ਨੂੰ ਇਸ ਵਾਰ ਟਿਕਟ ਨਹੀਂ ਦਿੱਤੀ, ਇਸ ਕਰਕੇ ਸ਼ਾਇਦ ਭਦੌੜ ਤੋਂ ਚੰਨੀ ਸਾਹਿਬ ਨੂੰ ਲਗਾਇਆ ਗਿਆ। ਹੋ ਸਕਦਾ। ਦੇਖੋ ਜਿਹੜੀ ਤੁਸੀਂ ਗੱਲ ਕਰਦੇ ਹੋ ਨਾ ਵੀ ਉਹ ਪਰਮਲ ਉੱਥੋਂ ਛੱਡ ਕੇ ਆ ਗਏ, ਆਪ ਦੀ ਬਦਕਿਸਮਤੀ ਇਹੋ ਆ, ਆਪ ਕੋਲ ਐਕਸਪੀਰੀਅੰਸ ਹੈ ਨਹੀਂ, ਆਪ ਕੋਲ ਜਿਹੜੇ ਉਹਨਾਂ ਦੇ ਲੀਡਰ ਜਾਂ ਜਿਹੜੇ ਕਰਤਾ ਧਰਤਾ ਨੇ ਉਹ ਹਾਲੇ ਨਵੇਂ ਨੇ ਸਾਰੇ ਸਿਸਟਮ ਦੇ ਵਿੱਚ। ਉਹ ਹੁਣ ਆਪਣੇ ਆਪ ਨੂੰ ਕਈ ਦਫਾ ਬੰਦਾ ਕੰਪੇਅਰ ਕਰਨ ਲੱਗ ਪੈਂਦਾ, ਵੇਖੋ ਜੀ ਕਾਂਗਰਸ ਦਾ ਐਮਐਲਏ, ਅਕਾਲੀ ਦਲ ਦਾ ਐਮਐਲਏ, ਵੇਖੋ ਫਲਾਣੀ ਗੱਡੀ ਉਹਦੇ ਕੋਲ, ਵੱਡੀਆਂ ਕੋਠੀਆਂ ਉਹਦੇ ਕੋਲ। ਠੀਕ ਹੈ, ਨਹੀਂ ਹੋਣੀਆਂ ਚਾਹੀਦੀਆਂ, ਪਰ ਉਹ ਉਹਨਾਂ ਦੇ ਮਨ 'ਚ ਆ ਜਾਂਦੀ ਗੱਲ। ਉਹ ਕਹਿੰਦੇ ਚਲੋ ਇਸ ਪਾਰਟੀ ਚੱਲਦੇ ਜੀ, ਇਹ ਤਾਂ ਪਾਰਟੀ ਬਦਲਿਆਂ ਲੱਭਦਾ ਕੁਛ ਨਹੀਂ, ਕਿਉਂਕਿ ਜਿਹੜੇ ਪਹਿਲਾਂ ਬੰਦੇ ਹੁੰਦੇ ਨੇ ਉਹਨਾਂ ਦਾ ਵੀ ਹੱਕ ਹੁੰਦਾ ਨਾ ਜੀ। ਇਸ ਕਰਕੇ ਉਹ ਦੇਖੋ, ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਜੀ ਕੀ ਹੋਏਗਾ ਉੱਥੋਂ। ਨਵਜੋਤ ਸਿੰਘ ਸਿੱਧੂ ਜੀ ਬਾਰੇ ਕੀ ਗੱਲ ਕਰੋਗੇ ਸਰ? ਨਵਜੋਤ ਸਿੰਘ ਸਿੱਧੂ ਜੀ, ਮੈਂ ਮਤਲਬ ਦੇਖੋ ਉਹ ਬੜੇ ਨੇਮ ਐਂਡ ਫੇਮ ਦੇ ਬੰਦੇ ਨੇ, ਆਪਣੀ ਜ਼ਿੰਦਗੀ 'ਚ ਉਹਨਾਂ ਬੜੀ ਤਰੱਕੀ ਕੀਤੀ ਹੈ, ਅੱਛੀ ਫੈਮਿਲੀ, ਸਭ ਭਗਵੰਤ ਸਿੰਘ ਸਾਰੇ ਬਹੁਤ ਠੀਕ ਹੈ, ਸੈੱਟ ਆ ਕੰਮ ਉਹਨਾਂ ਦਾ। ਲੇਕਿਨ ਉਹਨਾਂ ਦੇ 'ਚ ਮੈਂ ਇੱਕ ਗੱਲ ਜਿਹੜੀ ਦੇਖੀ ਹੈ ਵੀ ਉਹ ਅਨੁਸ਼ਾਸਨਹੀਨ ਨੇ, ਉਹ ਡਿਸਿਪਲਿਨ 'ਚ ਨਹੀਂ ਰਹਿੰਦੇ। ਤੁਸੀਂ ਪਾਰਟੀ ਦੇ ਵਿੱਚ ਰਹਿ ਕੇ ਤਾਂ ਲੜਾਈ ਕਰ ਸਕਦੇ ਹੋ, ਜਦੋਂ ਪਾਰਟੀ ਦੇ ਖਿਲਾਫ ਤੁਸੀਂ ਬਾਹਰ ਆ ਜਾਂਦੇ ਹੋ ਨਾ, ਉਦੋਂ ਫਿਰ ਕਈ ਦਫਾ ਪਾਰਟੀ ਨੂੰ ਨੁਕਸਾਨ ਹੁੰਦਾ, ਔਰ ਉਹਨਾਂ ਨੁਕਸਾਨ ਕੀਤਾ। ਉਹਨਾਂ ਪਾਰਟੀ ਦਾ ਨੁਕਸਾਨ ਹੀ ਨਹੀਂ ਕੀਤਾ, ਉਹਨਾਂ ਨੇ ਆਪਣਾ ਨੁਕਸਾਨ ਵੀ ਕੀਤਾ। ਜੇ ਹੁਣ ਆਪਾਂ ਦੇਖੀਏ ਵੀ ਜਿਹੜਾ ਰੋਜ਼ ਚਰਚਾਵਾਂ ਹੁੰਦੀਆਂ ਨੇ, ਆ ਪਿੱਛੇ ਜੇ ਐਗਜ਼ਿਟ ਪੋਲ ਤੁਹਾਡੇ ਆਏ ਨੇ, ਉਹਦੇ ਵਿੱਚ ਐਜ਼ ਏ ਚੀਫ ਮਿਨਿਸਟਰ ਲੋਕੀ ਉਹਨਾਂ ਨੂੰ ਪਸੰਦ ਨਹੀਂ ਕਰ ਲਏ। ਉਹ ਕਹਿੰਦੇ ਨੇ ਵੀ ਇਹ ਤੇ ਮਤਲਬ ਬਹੁਤ ਹਰ ਥਾਂ ਤੇ ਉੱਚੀ ਬੋਲਣਾ, ਬੇਇੱਜ਼ਤ ਕਰਨਾ। ਠੀਕ ਹੈ, ਜਿਹੜੀ ਉਹਨਾਂ ਦੀ ਸੋਚ ਹੈ ਠੀਕ ਹੈ, ਉਹ ਕੋਈ ਐਸੀ ਗੱਲ ਨਹੀਂ ਹੈ, ਕਰਨਾ ਚਾਹੀਦਾ, ਸਾਰੀਆਂ ਪਾਰਟੀਆਂ ਨੂੰ ਕਰਨਾ ਚਾਹੀਦਾ। ਪਰ ਮੇਰਾ ਕੁਐਸਚਨ ਇਹ ਹੈ ਵੀ ਇਹ ਸਾਰੀਆਂ ਗੱਲਾਂ ਉਹਨਾਂ ਨੂੰ ਯਾਦ ਹੁਣ ਕਿਉਂ ਆਈਆਂ ਜੀ? 2017 ਵਿੱਚ ਮਿਨਿਸਟਰ ਸਨ ਔਰ ਇੰਨੀ ਵੱਡੀ ਪੋਜੀਸ਼ਨ ਸੀ ਉਸ ਮਿਨਿਸਟਰੀ ਦੇ ਵਿੱਚ, ਦੈਟਸ ਵਨ ਆਫ ਦਾ ਵੈਰੀ ਇੰਪੋਰਟੈਂਟ ਪੋਰਟਫੋਲੀਓਜ਼। ਕੀ ਕੰਟਰੀਬਿਊਸ਼ਨ ਉਹਨਾਂ ਦੀ ਉੱਥੇ, ਕਿ ਉਹਨਾਂ ਕਰਪਸ਼ਨ ਉੱਥੇ ਰੋਕੀ? ਇੱਕ ਐਸਸੀ ਨੂੰ ਸਸਪੈਂਡ ਕਰ ਦੇਣ ਨਾਲ ਕਰਪਸ਼ਨ ਨਹੀਂ ਰੁਕਦੀ। ਕਰਪਸ਼ਨ ਰੁਕਦੀ ਹੈ ਵੀ ਇਸ ਤਰ੍ਹਾਂ ਦਾ ਤੁਸੀਂ ਮਾਹੌਲ ਬਣਾਓ ਵੀ ਲੋਕੀ ਪੈਸੇ ਲੈਣੇ ਬੰਦ ਕਰ ਦੇਣ ਔਰ ਐਜ਼ ਏ ਸਰਵੈਂਟ ਕੰਮ ਕਰ, ਐਜ਼ ਏ ਪਬਲਿਕ ਸਰਵੈਂਟ ਕੰਮ ਕਰ। ਉਹ ਨਹੀਂ ਹੋ ਸਕਿਆ, ਉਹਨੂੰ ਕਰਪਸ਼ਨ ਤੇ ਉਸੇ ਤਰ੍ਹਾਂ ਹੀ ਰਹੀ ਬੇਇੰਤਹਾ। ਤੇ ਹੁਣ ਕਹਿੰਦੇ ਆ ਜੀ ਮੇਰਾ ਪੰਜਾਬ ਮਾਡਲ ਹੈ, ਲੋਕੀ ਉਹਨਾਂ ਤੇ ਇਤਬਾਰ ਨਹੀਂ ਕਰ ਰਹੇ। ਸੰਧੂ ਸਾਹਿਬ, ਰਾਜਪੁਰਾ ਹਲਕੇ ਦੇ ਵਿੱਚ ਜਗਦੀਸ਼ ਕੁਮਾਰ ਜੱਗਾ, ਮੈਡਮ ਨੀਨਾ ਮਿੱਤਲ, ਹਰਦਿਆਲ ਕੰਬੋਜ ਜੀ ਤੇ 2-3 ਆਜ਼ਾਦ ਉਮੀਦਵਾਰ ਵੀ ਹੈਗੇ ਆ। ਤੁਸੀਂ ਕੀ ਸਮਝਦੇ ਹੋ, ਜੱਗਾ ਜੀ ਦਾ ਕੰਪੀਟੀਸ਼ਨ ਕਿਹਨਾਂ ਨਾਲ ਆ? ਦੇਖੋ ਇਸ ਵੇਲੇ ਨਾ ਜੀ ਕਿਸਾਨਾਂ ਦੇ ਮੋਰਚੇ ਤੋਂ ਬਾਅਦ ਅੱਜ ਹੀ ਮੈਨੂੰ ਕੋਈ ਦੱਸ ਰਿਹਾ ਸੀ ਬੰਦਾ ਵੀ ਸ਼ਾਇਦ ਉਹ ਹਰਪਾਲ ਪੁਰਖੁਰੀ ਵੀ ਉਹ ਲੋਕ ਇਨਸਾਫ ਪਾਰਟੀ ਵੱਲੋਂ ਆ ਗਏ। ਭਾਵੇਂ ਉਹ ਲੋਕ ਇਨਸਾਫ ਪਾਰਟੀ ਵੱਲੋਂ ਨੇ, ਪਰ ਉਹਨਾਂ ਦਾ ਪਿਛੋਕੜ ਜਿਹੜਾ ਕਿਸਾਨਾਂ ਦੇ ਨਾਲ ਹੈ। ਬਾਕੀ ਰਹਿ ਗਏ 3 ਬੰਦੇ, 3 ਪਾਰਟੀਆਂ ਦੂਜੀਆਂ, ਆਪ, ਕਾਂਗਰਸ, ਅਕਾਲੀ ਦਲ ਤੇ ਬੀਜੇਪੀ ਤੇ ਲੋਕ ਕਾਂਗਰਸ ਇਕੱਠੀਆਂ। ਇਹ ਇਸ ਵੇਲੇ ਮੈਨੂੰ ਇਸ ਤਰ੍ਹਾਂ ਲੱਗਦਾ ਵੀ ਅਗੜ ਪਿਛੜ ਨੇ ਇੱਕ ਦੂਜੇ ਦੇ, ਅਗੜ ਪਿਛੜ ਨੇ। ਕਿਉਂਕਿ ਜਦੋਂ ਆਪਾਂ ਜੱਗੇ ਹੋਰਾਂ ਦੀ ਗੱਲ ਕਰਦੇ ਹਾਂ ਨਾ ਜੀ, ਜੱਗੇ ਨੇ ਰਾਜਪੁਰੇ ਹਲਕੇ ਦੇ ਵਿੱਚ ਸੋਸ਼ਲ ਕੰਮ ਬੜਾ ਕੀਤਾ ਹੈ।
ਠੀਕ ਹੈ ਲੋਕੀ ਉਹਦੇ ਖਿਲਾਫ ਬੋਲਦੇ ਨੇ, ਕੋਈ ਚਲੋ ਠੀਕ ਹੈ, ਹੁੰਦਾ ਗਲਤੀਆਂ ਵੀ ਹੋਣਗੀਆਂ, ਮੈਨੂੰ ਨਹੀਂ ਪਤਾ ਬਹੁਤਾ ਸਿਸਟਮ, ਲੇਕਿਨ ਉਹਨਾਂ ਨੇ ਜਿਹੜਾ ਸੋਸ਼ਲ ਦਵਾਈਆਂ ਦਾ ਹਸਪਤਾਲ ਸਾਰੀਆਂ ਤੁਹਾਡੀਆਂ ਜਿਹੜੀਆਂ ਵੈਨਾਂ ਭੇਜ ਕੇ ਲੋਕਾਂ ਨੂੰ ਸੀ ਤੁਹਾਡੇ ਕਾਰਡ ਬਣਾਏ, ਕੋਈ ਹੋਰ ਇੰਸ਼ੋਰੈਂਸ ਦੇ ਵੀ ਪੇਪਰ ਬਣਾ ਕੇ ਦੇ ਰਹੇ ਨੇ, ਔਰ ਇੰਸ਼ੋਰੈਂਸ ਦੇ ਪੇਪਰ ਉਹ ਕਹਿ ਰਹੇ ਨੇ ਵੀ ਸਰਕਾਰ ਕਹਿੰਦੀ ਹੈ ਵੀ 1 ਮਹੀਨੇ ਬਾਅਦ ਤੁਹਾਨੂੰ ਅਸੀਂ ਦੇਵਾਂਗੇ। ਇਹਦਾ ਮਤਲਬ ਇਹ ਹੋਇਆ ਵੀ ਪਹਿਲੀ ਜਿਹੜੀ ਹੈਗੀ ਆ ਪੇਮੈਂਟ ਇੰਸ਼ੋਰੈਂਸ ਦੀ ਉਹ ਜਗ੍ਹਾ ਆਪਣੀ ਜੇਬ 'ਚੋਂ ਦੇ ਰਿਹਾ। ਇਹ ਕਿਹੜਾ ਰਾਜਨੀਤਿਕ ਬੰਦਾ ਕਰਦਾ ਹੈ ਜੀ? ਨਹੀਂ ਕਰਦੇ। ਮੈਨੂੰ ਇਸ ਤਰ੍ਹਾਂ ਲੱਗਦਾ ਵੀ ਉਹਨਾਂ ਦੇ ਵਿੱਚ ਲੋਕਾਂ ਦੀ ਸੇਵਾ ਕਰਨ ਦਾ ਭਾਵਨਾ ਹੈ। ਇਸ ਕਰਕੇ ਮੈਂ ਉਹਨੂੰ ਗਿਣਨਾ ਵੀ ਉਹ ਇੱਕ ਪੋਟੈਂਸ਼ੀਅਲ ਕੈਂਡੀਡੇਟ ਹੈ ਅੱਜ ਦੀ ਡੇਟ ਦੇ ਵਿੱਚ, ਹੈ ਨਾ ਜੀ। ਔਰ ਮੈਂ ਜਿੰਨੀ ਮੇਰੀ ਵਾਹ ਲੱਗਦੀ ਹੈ, ਦੇਖੋ ਇੱਕ ਗੱਲ ਹੋਰ ਮੈਂ ਤੁਹਾਨੂੰ ਦੱਸਾਂ ਜਿਹੜੀ ਉਹਨਾਂ ਦੇ ਫੇਵਰ ਜਾਂਦੀ ਹੈ ਜੀ। ਇਹ ਗੱਲ ਜਗਜ਼ਾਰ ਹੋ ਗਈ ਵੀ ਹਿੰਦੁਸਤਾਨ ਦੇ ਵਿੱਚ ਜਿਹੜਾ ਫੈਡਰਲ ਸਿਸਟਮ ਅੱਜ ਦੀ ਡੇਟ ਦੇ ਵਿੱਚ ਚੱਲ ਰਿਹਾ ਹੈ, ਮਾੜਾ ਚੰਗਾ ਹੋਰ ਗੱਲਾਂ ਨੇ, ਜੋ ਮਰਜ਼ੀ ਡਿਸਕਸ਼ਨ ਕਰ ਲਓ, ਲੇਕਿਨ ਪ੍ਰੈਕਟੀਕਲ ਆਸਪੈਕਟ ਇਹ ਆ ਵੀ ਕੋਈ ਵੀ ਸਟੇਟ ਦੀ ਸਰਕਾਰ ਜਿਹੜੀ ਆ ਉਹ ਸੈਂਟਰ ਦੇ ਨਾਲ ਸੀਟੀ ਰਲਾਏ ਬਿਨਾਂ ਨਹੀਂ ਚੱਲ ਸਕਦੀ। ਠੀਕ ਹੈ। ਦੂਸਰਾ, ਪੰਜਾਬ ਬਹੁਤ ਪਿੱਛੇ ਜਾ ਚੁੱਕਿਆ, ਬਹੁਤ ਪਿੱਛੇ ਜਾ ਚੁੱਕਿਆ। ਜੋ ਮਰਜ਼ੀ ਅਕਾਲੀ ਦਲ ਕਵੇ ਜਾਂ ਹੁਣ ਕਾਂਗਰਸ ਕਵੇ, ਨਹੀਂ ਗੱਲ ਬਣੀ, ਮਤਲਬ ਅਸੀਂ ਗਵਾਇਆ ਹੀ ਗਵਾਇਆ ਹੈ ਨਾ ਜੀ। ਅੱਜ ਦੀ ਡੇਟ ਵਿੱਚ ਮੇਰਾ ਮਨ ਇਹ ਕਹਿੰਦਾ, ਮੈਂ ਲੋਕਾਂ ਨੂੰ ਇਹੀ ਗੱਲ ਕਹਿ ਰਿਹਾ ਵੀ ਸਾਨੂੰ ਲੋੜ ਹੈ ਇੱਥੇ ਲੋਕ ਕਾਂਗਰਸ ਔਰ ਬੀਜੇਪੀ ਦੀ ਸਰਕਾਰ ਦੀ, ਤਾਂ ਕਿ ਇੰਡਸਟਰੀ ਭਾਵੇਂ ਜਿੰਨੇ ਮਰਜ਼ੀ ਆਠੇ ਮਾਰੀ ਜਾਓ ਤੁਸੀਂ, ਇੰਡਸਟਰੀ ਉਹਨਾਂ ਚਿਰ ਨਹੀਂ ਆਉਣੀ ਜਿੰਨਾ ਚਿਰ ਇੰਡਸਟਰੀ ਨੂੰ ਐਟ ਪਾਰ ਛੋਟਾਂ ਹੈ ਜੀ ਆਪਣਾ JNK ਦੇ ਨਾਲ ਔਰ ਹਿਮਾਚਲ ਦੇ ਬਰਾਬਰ ਤੇ ਨਹੀਂ ਦਿੰਦੇ। ਟੈਕਸ ਦੀਆਂ ਛੋਟਾਂ ਜਿਹੜੀਆਂ ਟੈਕਸ ਫਰੀ ਜ਼ੋਨ ਜਿੰਨਾ ਚਿਰ ਨਹੀਂ ਬਣਾਉਂਦੇ, ਹੋਰ ਸਹੂਲਤਾਂ ਨਹੀਂ ਦਿੰਦੇ, ਇਹ ਤਾਂ ਹੀ ਹੋ ਸਕਦੀਆਂ ਵੀ ਕੈਪਟਨ ਅਮਰਿੰਦਰ ਸਿੰਘ ਵਰਗਾ ਚੀਫ ਮਿਨਿਸਟਰ ਹੋਵੇ, ਸੈਂਟਰ ਸਰਕਾਰ ਦਾ ਉਹਦੇ ਤੇ ਹੱਥ ਹੋਵੇ। ਵੇਖੋ ਇਹ ਪੰਜਾਬ ਕਿੱਥੇ ਦੌੜਦਾ। ਸੋ ਮੇਰੀ ਮਨ ਦੀ ਖਾਸ਼ ਹੈ, ਦੇਖੋ ਪੂਰੀ ਤਾਂ ਅਕਾਲ ਪੁਰਖ ਨੇ ਕਰਨੀ। ਸੰਧੂ ਸਾਹਿਬ ਐਂ ਦੱਸੋ ਵੀ ਜਿਹੜਾ ਬਨੂੜ ਹਲਕੇ ਦੇ ਨਾਲ ਸਮੁੰਦਰ ਸ਼ਹਿਰ ਦੇ ਨਾਲ ਆਸੇ-ਪਾਸੇ ਪਿੰਡ ਜਿਹੜੇ ਤੁਹਾਡੇ ਨਾਲ ਜੁੜੇ ਹੋਏ ਲੋਕ ਸੀਗੇ, ਕੀ ਉਹ ਹੁਣ ਵੀ ਤੁਹਾਡੇ ਨਾਲ ਚੱਲ ਰਹੇ ਆ? ਚੱਲ ਰਹੇ ਨੇ। ਇਹ ਝਾਟ ਸੀ ਸ਼ੁਰੂ ਦੇ ਵਿੱਚ, ਕਿਉਂਕਿ ਮੈਂ ਤੇ ਹਰਦਿਆਲ ਹੋਰਾਂ ਦੇ ਨਾਲ ਹੀ ਸਾਂ ਪਹਿਲਾਂ, ਦੇਖੋ ਮੈਂ ਬੜੀ ਸਪੋਰਟ ਕੀਤੀ ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਸਾਡਾ ਡਿਫਰੈਂਸ ਵੀ ਅੱਜ ਵੀ ਕੋਈ ਨਹੀਂ ਹੈ। ਸੋਚ ਤਾਂ ਫਰਕ ਹੋ ਸਕਦੀ ਹੈ, ਕਿਉਂਕਿ ਮੈਂ ਪਾਰਟੀ ਆਪਣੀ ਬਦਲ ਰਹੀ ਹੈ, ਉਹ ਕਾਂਗਰਸ ਨੇ, ਉਹਨਾਂ ਆਪਣਾ ਜ਼ੋਰ ਲਾਉਣਾ, ਅਸੀਂ ਆਪਣਾ ਜ਼ੋਰ ਲਾਉਣਾ, ਇਹ ਸਾਡਾ ਹੱਕ ਹੈ। ਸ਼ੁਰੂ 'ਚ ਇੱਦਾਂ ਥੋੜ੍ਹਾ ਜਿਹਾ ਆਇਆ ਸੀ ਵੀ ਹੁਣ ਅਸੀਂ ਕਾਂਗਰਸ ਦੇ ਬੰਦੇ ਜਿਹੜੇ, ਕਿਉਂਕਿ ਮੈਂ ਵੀ ਕਾਂਗਰਸ ਸਾਂ, ਵੀ ਹੁਣ ਅਸੀਂ ਕਿੱਦਾਂ ਨਿਕਲੀਏ, ਲੇਕਿਨ ਉਹ ਰੀਅਲਾਈਜ਼ ਕਰ ਰਹੇ ਨੇ ਦਿਨ ਬ ਦਿਨ। ਮੈਂ 5-7 ਪਿੰਡਾਂ 'ਚ ਜਾ ਆਏ ਹਾਂ ਜੀ, ਬਨੂੜ ਦੇ ਲੋਕਾਂ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਹੈ, ਲੋਕੀ ਇਹ ਰੀਅਲਾਈਜ਼ ਕਰਨ ਲੱਗ ਪਏ ਨੇ, ਖਾਸ ਕਰ ਜਦੋਂ ਮੇਰੇ ਵੱਲ ਵੇਖਦੇ ਨੇ ਵੀ ਜੇ ਇਹ ਹੈਗਾ ਤੇ ਕੋਈ ਗੱਲ ਹੋਣੀ ਆ ਕੋਈ ਨਾ ਕੋਈ, ਕਿਉਂਕਿ ਮੇਰੇ ਤੇ ਇਤਬਾਰ ਕਰਦੇ ਨੇ ਲੋਕ, ਹੈ ਨਾ ਜੀ। ਇਸ ਕਰਕੇ ਇਹ ਕੋਈ ਗੱਲ ਅਨਹੋਣੀ ਨਹੀਂ ਹੋਏਗੀ ਵੀ ਜੱਗਾ ਸਾਹਿਬ ਸੀਟ ਕੱਢ ਜਾਓ ਜੀ। ਸੰਧੂ ਸਾਹਿਬ, ਜਗਦੀਸ਼ ਕੁਮਾਰ ਜੱਗਾ ਜੀ ਅਗਰ ਮੈਂਬਰ ਬਣ ਜਾਂਦੇ ਆ, ਪਰਮਾਤਮਾ ਕਰੇ ਜਿਵੇਂ ਤੁਸੀਂ ਕਹਿ ਰਹੇ ਹੋ, ਤਾਂ ਸਭ ਤੋਂ ਪਹਿਲ ਦੇ ਆਧਾਰ ਤੇ ਕੀ ਕੰਮ ਕਰੋਗੇ ਬਨੂੜ ਦਾ ਜੀ? ਨਹੀਂ ਦੇਖੋ, ਸਾਰੀਆਂ ਹੀ ਪਹਿਲ ਦੇ ਆਧਾਰ ਨੇ। ਅੱਛਾ, ਸਾਰੇ ਹੀ ਪਹਿਲ ਦੇ ਆਧਾਰ ਨੇ। ਕੋਈ ਵੀ ਕੰਮ, ਦੇਖੋ 5 ਸਾਲ ਤੁਹਾਡੇ ਕੋਲ ਹੈਗੇ ਆ ਜੀ, ਤੁਹਾਨੂੰ ਡਿਵੈਲਪਮੈਂਟ ਦਾ ਇੱਕ ਪਲਾਨ ਬਣਾਉਣਾ ਪਊਗਾ ਵੀ ਆਹ 5 ਸਾਲ ਨੇ, ਆਹ ਮੇਰਾ ਵੱਡਾ ਪ੍ਰੋਜੈਕਟ ਆ, ਪੈਸੇ ਤੁਸੀਂ ਵਰਲਡ ਬੈਂਕ ਤੋਂ ਲਿਆਉਣੇ, ਸਰਕਾਰ ਤੋਂ ਲਿਆਉਣੇ, ਕਿਤੋਂ ਹੋਰ ਲਿਆਉਣੇ, ਇਹ ਤੁਹਾਡਾ ਆਪਣਾ ਸੋਚ ਹੈ ਜੀ। ਪੈਸੇ ਮਿਲ ਜਾਂਦੇ ਨੇ, ਕੋਈ ਐਸੀ ਬਾਤ ਨਹੀਂ। ਨਾਲੇ ਜੇ ਸੈਂਟਰ ਉੱਤੇ ਹੈਗਾ ਤਾਂ ਫਿਰ ਮੁਸ਼ਕਿਲ ਨਹੀਂ ਆਉਂਦੀ ਆਪਾਂ ਨੂੰ ਕੋਈ। ਡਿਵੈਲਪਮੈਂਟ ਵਾਸਤੇ ਤੁਹਾਨੂੰ ਜਿਹੜਾ ਅੰਦਰਲੀਆਂ ਨਾਲੀਆਂ, ਗਲੀਆਂ, ਲਟਰਮ ਪਟਰਮ, ਜੋ ਸ਼ਹਿਰ ਦਾ ਅੰਦਰਲਾ ਕੰਮ ਆ, ਉਹ ਤੁਹਾਨੂੰ ਇੱਕ ਕਿਤਾਬ ਦੇ ਵਿੱਚ ਉਹਦਾ ਅਕਸ ਬਣਾਉਣਾ ਪਊਗਾ, ਇੱਕ ਪਾਸਿਓਂ ਸ਼ੁਰੂ ਕਰਨਾ ਪਊਗਾ, ਜਿਹਦੇ ਵਿੱਚ ਬਿਜਲੀ ਵੀ ਵਿੱਚ ਹੀ ਆਉਂਦੀ, ਔਰ ਤਾਂ ਕਿ 5 ਸਾਲਾਂ ਦੇ ਵਿੱਚ ਸਾਰਾ ਤੁਹਾਡਾ ਜਿਹੜਾ ਬਨੂੜ ਆ ਐਦਾਂ ਲਿਸ਼ਕੇ ਜਿਵੇਂ ਚੰਡੀਗੜ੍ਹ ਦਾ ਸੈਕਟਰ ਹੁੰਦਾ। ਠੀਕ ਹੈ। ਹਲੋ ਜੀ, ਇਹ ਸਨ ਬਹੁਤ ਹੀ ਵਧੀਆ ਸ਼ਖਸੀਅਤ ਦੇ ਮਾਲਕ ਸਰ SMS ਸੰਧੂ ਸਾਹਿਬ, ਸੰਧੂ ਫਾਰਮ ਵਾਲੇ। ਇਹਨਾਂ ਦਾ ਕਹਿਣਾ ਹੈ ਵੀ ਜੇ ਜਗਦੀਸ਼ ਕੁਮਾਰ ਜੱਗਾ ਜੀ ਸੱਤਾ 'ਚ ਆਉਂਦੇ ਨੇ, ਸਾਰੇ ਹਲਕੇ ਦਾ, ਇਕੱਲੇ ਬਨੂੜ ਦਾ ਨਹੀਂ, ਸਾਰੇ ਹਲਕੇ ਦਾ ਹੀ ਸਾਰੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ। ਮੈਂ ਸੰਧੂ ਸਾਹਿਬ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ ਪੁਆਇੰਟ ਨਿਊਜ਼ ਵੱਲੋਂ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਬਹੁਤ ਧੰਨਵਾਦ ਤੁਹਾਡਾ ਜੀ, ਮੈਂ ਵੀ ਸ਼ੁਕਰਗੁਜ਼ਾਰ ਹਾਂ ਤੁਹਾਡਾ।